जाप मरे अजप्पा मरे अनहद हूँ मर जाए, सुरत समानी सुन मैं ताको काल ना खाए। ਇਹ ਕਬੀਰ ਜੀ ਦੀ ਬਾਣੀ ਹੈਗੀ ਜੀ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈਗੀ ਆ। ਔਰ ਕਿਉਂ ਨਹੀਂ ਦਰਜ ਹੈਗੀ ਆ? ਕਿਉਂਕਿ ਕਬੀਰ ਜੀ ਦੀ ਬਹੁਤ ਬਾਣੀ ਹੈਗੀ, ਬਹੁਤ। ਕਬੀਰ ਜੀ ਦੇ ਤਾਂ ਵੱਡੇ ਗ੍ਰੰਥ ਹੈਗੇ ਪਾਏ। ਉਹ ਬਾਣੀ ਕਬੀਰ ਪੰਥੀਆਂ ਦੇ ਕੋਲ ਹੈਗੀ ਆ ਬਨਾਰਸ ਦੇ ਵਿੱਚ। ਅਤੇ ਇੱਕ ਸੈਕਿੰਡ ਜੀ, ਮੈਂ फ़ोन भी अपना म्यूट वो करदा। ਤੇ ਇਹ ਬਾਣੀ ਜਿਹੜੀ ਹੈਗੀ ਕਿਉਂ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ, ਇਹਦੇ ਬਾਰੇ ਵੀ ਆਪਾਂ ਵਿਚਾਰ ਕਰਦੇ ਹਾਂ। ਕਿਉਂਕਿ ਇਹਦੇ ਵਿੱਚ ਦੇਖੋ ਇਸ ਸ਼ਬਦ ਨੂੰ ਜੇ ਆਪਾਂ ਵਿਚਾਰੀਏ, ਕਿਉਂਕਿ जाप मरे अजप्पा मरे अनहद हूँ मर जाए, सुरत समानी सुन मैं ताको काल ना खाए। ਹੁਣ ਇਹਦੇ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ ਕੀ ਹੈਗਾ? ਜਪ। ਤੇ ਔਰ ਅਨਹਦ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੇ, ਅਜੱਪਾ ਜਾਪ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗਾ। ਇਹ ਯਾਤਰਾ ਹੈਗੀ ਆਪਣੀ, ਇਹ ਯਾਤਰਾ ਹੈਗੀ। ਹੁਣ ਜਿਹਦੇ ਨਾਲ ਜਿਹੜੀ ਯਾਤਰਾ ਕਰਨੀ ਆਪਾਂ ਨੇ, ਔਰ ਜਿਹੜਾ ਡੈਸਟੀਨੇਸ਼ਨ ਹੈਗਾ, ਸੁਰਤ ਸਮਾਨੀ ਸੁੰਨ ਮੈਂ ਤਾਂ ਕੋ ਕਾਲ ਨਾ ਖਾਏ। ਡੈਸਟੀਨੇਸ਼ਨ ਹੈਗਾ ਸੁੰਨ ਦੇ ਵਿੱਚ, ਪਰਮਾਤਮਾ ਸੁੰਨ ਹੈਗਾ। ਪਰਮਾਤਮਾ ਸੁੰਨ ਹੈ, ਉਹਦੇ ਵਿੱਚ ਹਲਚਲ ਨਹੀਂ ਹੈਗੀ ਮਾਲਕ ਪਰਮਾਤਮਾ ਦੇ ਵਿੱਚ। ਅਤੇ ਡੈਸਟੀਨੇਸ਼ਨ ਹੈਗਾ ਸੁੰਨ ਦੇ ਵਿੱਚ ਸਮਾਉਣਾ। ਟਾਰਗੇਟ ਹੈਗਾ ਸੁੰਨ ਦੇ ਵਿੱਚ ਸਮਾਉਣਾ। ਅਲਟੀਮੇਟ ਗੋਲ ਹੈਗਾ ਸੁੰਨ ਦੇ ਵਿੱਚ ਸਮਾਉਣਾ ਅਤੇ ਸੰਸਾਰ ਨੂੰ ਵਿਦਾ ਕਰ ਦੇਣਾ। ਸੰਸਾਰ ਤੋਂ ਵਿਦਾ ਲੈ ਲੈਣੀ, ਜਨਮ ਮਰਨ ਤੋਂ ਵਿਦਾ ਲੈ ਲੈਣੀ। ਆਹ ਡੈਸਟੀਨੇਸ਼ਨ ਹੈਗਾ। ਹੁਣ ਇਹਦੇ ਲਈ ਜੇ ਹੁਣ ਇਹਦੇ ਵਿੱਚ ਜਿਹੜਾ ਹੈਗਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਜਾਂਦਾ, ਅਤੇ ਫਿਰ ਜਪ ਜਿਹੜਾ ਹੈਗਾ, ਜਪ ਸਟਾਰਟਿੰਗ ਕਿਵੇਂ ਹੋਣਾ ਸੀਗਾ? ਫਿਰ ਜਿਹੜਾ ਹੈਗਾ ਆਹ ਜਿਹੜਾ ਜੇ ਕਿਸੇ ਨੇ ਆਹ ਸ਼ਬਦ ਪੜ੍ਹ ਲੈਣਾ ਸੀਗਾ ਅਤੇ ਉਹਨੇ ਕਹਿਣਾ ਸੀ ਲੈ ਜਪ ਕਰਨ ਦੀ ਲੋੜ ਕੀ ਹੈ? ਫਿਰ ਜਪ ਨੇ ਤਾਂ ਮਰ ਜਾਣਾ, ਅਜੱਪਾ ਨੇ ਵੀ ਮਰ ਜਾਣਾ, ਅਨਹਦ ਨੇ ਵੀ ਮਰ ਜਾਣਾ। ਫਿਰ ਕਿਹੜਾ ਜਿਹੜਾ ਹੈਗਾ ਆਹ ਜਿਹੜੇ ਹੈਗੇ ਆ ਇਹ ਤਾਂ ਟੂਲ ਹੈਗੇ ਜਿਨ੍ਹਾਂ ਦੇ ਨਾਲ ਆਪਾਂ ਨੇ ਯਾਤਰਾ ਕਰਨੀ ਹੈ। ਇਹ ਤਾਂ ਮੀਲ ਪੱਥਰ ਹੈਗੇ ਰਸਤੇ ਦੇ। ਇਹਨਾਂ ਦੇ ਨਾਲ ਹੀ ਜਿਹੜਾ ਹੈਗਾ ਸੁਰਤ ਸਮਾਨੀ ਸੁੰਨ ਮੈਂ ਤਾਂ ਕੋ ਕਾਲ ਨਾ ਖਾਏ। ਇਹਨਾਂ ਦੇ ਨਾਲ ਹੀ ਜਿਹੜੀ ਹੈਗੀ ਹੈ ਇਹ ਟਾਰਗੇਟ ਅਚੀਵ ਹੋਣਾ ਹੈ। ਕਬੀਰ ਜੀ ਦੀ ਬਾਣੀ ਬਿਲਕੁਲ 100% ਸੱਚ ਹੈਗੀ ਔਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਟੈਲੀ ਕਰਦੀ ਹੈ ਪੂਰੀ ਦੀ ਪੂਰੀ। ਆਹ ਜਿਹੜਾ ਸ਼ਬਦ ਹੈਗਾ, ਯਾਤਰਾ ਇਹੀ ਹੈਗੀ ਆ। ਸੁਰਤ ਨੇ ਸੁੰਨ ਦੇ ਵਿੱਚ ਸਮਾਉਣਾ ਹੈ, ਤਾਂ ਹੀ ਜਿਹੜਾ ਹੈਗਾ ਗਤੀ ਰੁਕਣੀ ਹੈ ਆਪਣੀ। ਇਹ ਜਨਮ ਮਰਨ ਤੋਂ ਰਹਿਤ ਹੋਣਾ ਹੈ। ਔਰ ਸੁਰਤ ਹੀ ਹੈਗੀ ਜਿਹਨੇ ਜਾ ਕੇ ਸਮਾਉਣਾ ਹੈ ਸੁੰਨ ਦੇ ਵਿੱਚ, ਔਰ ਮਨ ਦੇ ਥਰੂ ਜਾਊਗੀ। ਅਤੇ ਆਹ ਹੈਗਾ ਭਾਈ, ਇਸ ਕਰਕੇ ਜਿਹੜਾ ਹੈਗਾ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈਗਾ। ਹੁਣ ਜਿਹੜਾ ਹੈਗਾ ਕਬੀਰ ਸਾਹਿਬ ਨੂੰ ਆਪਾਂ ਪੁੱਛਦੇ ਹਾਂ ਵੀ ਕਬੀਰ ਜੀ ਸਾਨੂੰ ਦੱਸੋ ਵੀ ਜਿਹੜਾ ਹੈਗਾ ਇਹ ਯਾਤਰਾ ਕਿਵੇਂ ਹੋਏਗੀ। ਫਿਰ ਇਸ ਤੋਂ ਬਾਅਦ ਆਪਾਂ ਆਪਣੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਾਂਗੇ ਔਰ ਦੋਨਾਂ ਨੂੰ ਟੈਲੀ ਕਰਾਂਗੇ। ਹੁਣ ਜਿਹੜਾ ਆਪਾਂ ਲੈ ਰਹੇ ਹਾਂ ਇਹ ਆਪਣੇ ਕਬੀਰ ਜੀ ਦੀ ਬਾਣੀ, ਇੱਕ 52 ਅੱਖਰੀ ਕਰਕੇ ਬਾਣੀ ਟਾਈਟਲ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। 52 ਅੱਖਰੀ ਗੌੜੀ ਰਾਗ ਦੇ ਵਿੱਚ, ਉਹਦੇ ਵਿੱਚ 342 ਅੰਗ ਤੋਂ ਸ਼ੁਰੂ ਕਰਾਂਗੇ ਆਪਾਂ। ਜੇ ਕਿਸੇ ਨੇ ਕੱਢਣਾ ਯਈਆ ਅੱਖਰ ਤੋਂ ਆਪਾਂ ਗਿਆਨ ਲਵਾਂਗੇ। 342 ਔਰ ਉਹਦੇ ਵਿੱਚ ਨੰਬਰ ਪਾਏ ਹੋਏ ਆ। 52 ਅੱਖਰ ਜਿਹੜੇ ਦਿੱਤੇ ਹੋਏ ਕਬੀਰ ਜੀ ਨੇ, ਉਹਨਾਂ ਦੇ ਥਰੂ ਆਪਾਂ ਨੂੰ ਜਿਹੜਾ ਹੈਗਾ ਇਹ ਗੁਰਮਤ ਆ, ਜਿਹੜਾ ਇਹ ਬਾਣੀ, ਇਹ ਸ਼ਬਦ, ਇਹ ਗੀਤ, ਇਹ ਪੋਇਟਰੀ ਜਿਹੜੀ ਉਹਨਾਂ ਨੇ ਕਬੀਰ ਜੀ ਨੇ ਦਿੱਤੀ ਆ, ਇੱਕ ਇੱਕ ਅੱਖਰ ਤੋਂ ਜਿਹੜਾ ਹੈਗਾ ਆਪਾਂ ਨੂੰ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਇੱਕ ਅੱਖਰ ਤੋਂ ਕਬੀਰ ਜੀ ਸ਼ੁਰੂ 'ਚ ਕਹਿੰਦੇ ਉਹ ਅੱਖਰ ਖਿਰ ਜਾਏਂਗੇ, ਇਹ ਅੱਖਰ ਇਨਮੇ ਨਾ ਹੈ। ਕਹਿੰਦੇ ਉਹ ਅੱਖਰ ਹੈ ਨਹੀਂ ਗਾ ਪਾਏ, ਉਹ ਸ਼ਬਦ ਜਿਹੜਾ ਹੈਗਾ ਉਹ ਹੈ ਨਹੀਂ ਗਾ ਇਹਦੇ ਵਿੱਚ, ਉਹਨੂੰ ਮੈਂ ਨਹੀਂ ਦੱਸ ਸਕਦਾ, ਉਹਨੂੰ ਮੈਂ ਕਲਮ ਦੇ ਦੁਆਰਾ
ਅੱਖਰਾਂ ਦੇ ਦੁਆਰਾ ਨਹੀਂ ਦੱਸ ਸਕਦਾ। ਉਹ ਇਸ ਤਰ੍ਹਾਂ ਦਾ ਆਉਂਦਾ ਹੈ, ਦੇਖੋ ਆਪਣੇ ਮੈਂ ਸ਼ੁਰੂ 'ਚ ਹੀ ਉੱਪਰ ਡਿਸਪਲੇ ਕਰ ਦੇਣਾ ਹੈ। 52 ਅੱਖਰ ਜੋਰ 52 अक्षर लोक त्रय सब की चीनी माहे, ये अक्षर खिर जाएंगे वो अक्षर इनमें ना है। तो फिर अक्षर नहीं हैगा तो फिर जहाँ बोलते हैं अक्षर आवा, जहाँ बोलता मन ना रहा वा। कहते जिथे बोल हैगा तो उत्थे अक्षर तो चाहिए ही है। लफ्ज़ तो बगैर बोल किमें होएगा, जे बोल ही नहीं है तो तुसी कह रहे हो कि अक्षर खिर जाएंगे, फिर जड़ा हैगा तो मन किमें मेरा रुकेगा। जहाँ अबोलता मन ना रहा वा, मन थोड़ी ना टिकता, थोड़ी ना मन किमें टिकेगा बगैर अखर दे, किमें यात्रा शुरू करांगे। कबीर जी कह रहे हैं भाई, बोल अबोल मद है सोई, जस वो है तस लखे ना कोई। कहते बोल अबोल दे विच ਉਹੀ ਮਾਲਕ ਪਰਮਾਤਮਾ ਹੈਗਾ, ਸੁਣਨ ਦੇ ਵਿੱਚ ਵੀ ਉਹੀ ਹੈਗਾ, ਔਰ ਜੇ ਬਾਹਰ ਸਾਰੀ ਜਿਹੜੇ ਹੈਗੇ ਜਪ ਔਰ ਅਜਪਾ ਔਰ ਜਿਹੜਾ ਹੈਗਾ ਅਨਹਦ, ਇਹ ਸਾਰਾ ਮਾਲਕ ਪਰਮਾਤਮਾ ਦੀ ਖੇਡ ਹੈ। ਇਹੀ ਯਾਤਰਾ ਹੈ। ਇਹ ਆਪਾਂ ਜਿਹੜੀ ਉੱਥੋਂ ਸ਼ੁਰੂ ਕਰਨਾ ਸੀ, ਇਹ ਅੱਖਰ ਤੋਂ 34 ਨੰਬਰ ਹੈਗਾ ਜੀ। ਯਈਆ ਇਹ ਆਖਰੀ ਤੱਕ ਲਵਾਂਗੇ ਆਪਾਂ। ਯਈਆ ਜੋ ਜਾਣੇ ਤੋ ਦੁਰਮਤ ਹਨ ਕਰ, ਬਸ ਕਰ ਕਾਇਆ ਗਾਉ। ਕਹਿੰਦੇ ਜੇ ਮਾਲਕ ਪਰਮਾਤਮਾ ਨੂੰ ਜਾਣਨਾ ਹੈ ਨਾ, ਤੈਨੂੰ ਤੇਰੇ ਅੰਦਰ ਇੱਛਾ ਪੈਦਾ ਹੋ ਗਈ ਆ, ਤੇਰੇ ਅੰਦਰ ਇੱਛਾ ਪੈਦਾ ਹੋ ਗਈ ਆ ਭਗਤੀ ਕਰਨ ਦੀ, ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਕਰਤੇ ਦੇ ਵਿੱਚ ਕਰਤੇ ਨੂੰ ਜਾਣਨ ਦੀ, ਆਪਣੇ ਅੰਦਰ ਆਪਣੀ ਆਤਮਾ ਨੂੰ ਜਾਣਨ ਦੀ ਤੇਰੇ ਅੰਦਰ ਇੱਛਾ ਹੋ ਗਈ ਹੈ। ਤੇਰੇ ਅੰਦਰ ਕੋਈ ਕਣੀ ਆ ਗਈ ਹੈ, ਤੇਰੇ ਅੰਦਰ ਕੋਈ ਕਿਰਪਾ ਹੋ ਗਈ ਹੈ ਤੇਰੇ ਉੱਤੇ। ਯਈਆ ਜੋ ਜਾਣੇ ਤਾਂ ਦੁਰਮਤ ਹਨ ਕਰ। ਪਿਆਰਿਆ, ਫਿਰ ਜਿਹੜੀ ਭੈੜੀ ਮੱਤ ਨੂੰ ਦੂਰ ਕਰ ਲਾ, ਆਪਣੀ ਭੈੜੀ ਮੱਤ ਨੂੰ ਦੂਰ ਕਰ ਲਾ ਪਿਆਰਿਆ। ਕੁਛ ਨਹੀਂ ਮਿਲਣਾ ਇਹਦੇ ਨਾਲ, ਵਾਦ ਵਿਵਾਦ ਦੇ ਨਾਲ, ਲੋਕਾਂ ਨੂੰ ਜਿਹੜਾ ਹੈਗਾ ਬੁਰਾ ਭਲਾ ਕਹਿਣ ਦੇ ਨਾਲ ਕੁੱਖ ਨਹੀਂ ਮਿਲਣਾ, ਕੱਖ ਨਹੀਂ ਮਿਲਣਾ। ਆਪਣੇ ਸਵਾਸ, ਆਪਣਾ ਸਮਾਂ ਆਪਾਂ ਆਪਣਾ ਇੰਨੇ ਅਨਮੋਲ ਮੋਤੀ ਹੀਰੇ ਜਿਹੜੇ ਜਵਾਹਰਾਤ ਇੰਨੇ ਮਹਿੰਗੇ, ਉਹਨਾਂ ਨੂੰ ਆਪਾਂ ਸੁੱਟ ਦਿੰਦੇ, ਲੁਟਾ ਦਿੰਦੇ। ਯਹ ਜੋ ਜਾਣੇ ਤਾਂ ਦੁਰਮਤ ਹਨ ਕਰ, ਬਸ ਕਰ ਕਾਇਆ ਗਾਉ। ਇਹ ਕਾਇਆ ਗਾਉ ਸਰੀਰ ਜਿਹੜਾ ਹੈਗਾ ਤੇਰਾ, ਇਹ ਬਹੁਤ ਰੇਰ ਮਿਲਿਆ ਮਨੁੱਖੀ ਸਰੀਰ। ਇਹਨੂੰ ਕੰਟਰੋਲ ਕਰ। ਇਹਦੇ ਥਰੂ ਅਵਗੁਣ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੇ ਥਰੂ ਜਿਹੜੇ ਹੈਗੇ, ਇਹ ਪ੍ਰਾਣ ਸ਼ਕਤੀ ਨੂੰ ਜਾਇਆ ਨਾ ਕਰ। ਇਹਨਾਂ ਨੂੰ ਓਨਾ ਹੀ ਯੂਜ਼ ਕਰ ਜਿੰਨੀ ਕੁ ਤੇਰੀ ਲੋੜ ਹੈਗੀ। ਯਈਆ ਜੋ ਜਾਣੇ ਤਾਂ ਦੁਰਮਤ ਹਨ ਕਰ, ਬਸ ਕਰ ਕਾਇਆ ਗਾਉ। ਰਣ ਰੂਤੋ ਭਾਜੇ ਨਹੀਂ, ਸੂਰੋ ਥਾਰੋ ਨਾਉ। ਦੇਖ ਤੂੰ ਸੂਰਮਾ ਹੈਗਾ, ਮਨੁੱਖੀ ਜੂਨ ਵਾਲਾ ਜਿਹੜਾ ਵੀ ਆਇਆ ਸੂਰਮਾ ਆਇਆ। ਉਹਨੇ ਯੁੱਧ ਕਰਨਾ ਹੀ ਹੈ, ਲੜਨਾ ਹੀ ਹੈ। ਉਹਨੇ ਧਿਆਨ ਰਿੰਗ ਦੇ ਵਿੱਚ ਜਾਣਾ ਹੀ ਹੈਗਾ। ਰਣ ਰੂਤੋ ਭਾਜੇ ਨਹੀਂ, ਸੂਰੋ ਥਾਰੋ ਨਾਉ। ਕਹਿੰਦੇ ਸੂਰਮਾ ਹੈ ਤੇਰਾ ਨਾਂ, ਮਨੁੱਖੀ ਸਰੀਰ ਹੈ ਤੇਰੇ ਕੋਲ। ਔਰ ਆ ਜਿਹੜਾ ਹੈਗਾ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਇੱਥੇ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਬੀਜਣਾ ਹੈਗਾ। ਔਰ ਤੇਰੀ ਜਿਹੜੀ ਹੈਗੀ ਰਣ ਦਾ ਬਿਗੁਲ ਵੱਜਿਆ ਹੋਇਆ, ਉੱਧਰੋਂ ਤੈਨੂੰ ਮਨੁੱਖਾ ਸਰੀਰ ਲੱਭਿਆ ਹੋਇਆ। ਰਣ ਰੁੱਤੋਂ ਭਾਜੇ ਨਹੀਂ, ਕਿਉਂ ਭੱਜਦਾ ਹੈ? ਕਿਉਂ ਜਿਹੜਾ ਮਾਇਆ ਦੇ ਵਿੱਚ ਇੱਧਰ ਉੱਧਰ ਗਤੀ ਕਰੀ ਜਾ ਰਹੇ ਹੈ? ਇਹ ਭੱਜਣਾ ਹੋ ਗਿਆ ਆਪਣਾ। ਨਹੀਂ ਲੜਨਾ ਚਾਹੁੰਦੇ, ਨਹੀਂ ਲੜ ਰਹੇ ਆਪਾਂ ਨੇ ਹਥਿਆਰ ਸੁੱਟ ਦਿੱਤੇ। ਬਸ ਕਹਿੰਦੇ ਮਾਇਆ ਨੇ ਆ ਕੇ ਆਪਾਂ ਨੂੰ ਕਬਜ਼ਾ ਲੈ ਲਿਆ, ਖੋਲੇ ਹਥਿਆਰ। ਰਣ ਰੂਤੋ ਭਾਜੇ ਨਹੀਂ, ਸੂਰੋ ਥਾਰੋ ਨਾਉ। ਤੇਰਾ ਨਾਮ ਤਾਂ ਸੂਰਮਾ ਹੈ ਹੋਏ। ਪੈਂਤੀਵਾਂ ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਕਹਿੰਦੇ ਦੇਖ ਲਾ ਪਿਆਰਿਆ, ਇਹ ਦੁਨੀਆ ਦੇ ਰਸ ਜਿਹੜੇ ਹੈਗੇ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਜੋ ਚੋਗਾ ਪਾਇਆ ਹੋਇਆ ਆ, ਇਹਦੇ ਤੋਂ ਉੱਪਰ ਉੱਠਣਾ ਪਊਗਾ। ਜੇ ਇਹਦੇ ਵਾਸਤੇ ਹੀ ਪ੍ਰਾਣ ਸ਼ਕਤੀ ਸਾਰੀ ਪਵਨ ਇਹਦੇ ਵਾਸਤੇ ਹੀ ਲਾ ਦੇਗਾ ਪਿਆਰਿਆ, ਤੇ ਫੇਲ ਹੋ ਜਾਏਗਾ। ਫਿਰ ਜਿਹੜਾ ਹੈਗਾ ਤੂੰ ਯੁੱਧ ਦੇ ਵਿੱਚ ਹਾਰ ਜਾਏਗਾ, ਔਰ ਕਾਲ ਨੇ ਕੈਪਚਰ ਕਰ ਲੈਣਾ, ਔਰ ਜੂਨਾਂ ਦੇ ਵਿੱਚ ਭੁਆਉਣਾ ਹੈ ਤੈਨੂੰ, ਚੰਗੀ ਤਰ੍ਹਾਂ ਗੁਲਾਮੀ ਕਰਾਉਣੀ ਆਪਣੀ। ਤੇਰੀ ਮਰਜ਼ੀ ਹੈਗੀ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ।
ਜੇ ਨਿਰਸ ਹੋਵਾਂਗੇ ਰਸ ਦੇ ਉੱਤੇ, ਇਹੀ ਤਾਂ ਕੰਟਰੋਲ ਹੈਗਾ ਆਪਣਾ, ਇਹੀ ਤਾਂ ਯਾਤਰਾ ਹੈਗੀ ਆਪਣੀ। ਇਹ ਰਸਾਂ ਦੇ ਉੱਤੇ ਤਾਂ ਕੰਟਰੋਲ ਕਰਨਾ ਹੈ। ਰਸਾਂ ਦੇ ਉੱਤੇ ਕੰਟਰੋਲ ਹੋਏਗਾ ਧਿਆਨ ਸਿਮਰਨ ਦੇ ਦੁਆਰਾ, ਔਰ ਜਿਹੜਾ ਹੈਗਾ ਚੌਕਸ ਰਹਿਣ ਦੇ ਦੁਆਰਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਰਸ ਛਾੜੇ ਉਹ ਰਸ ਆਵਾ, ਇਹ ਰਸ ਛੱਡੀ ਜਾਏਗਾ ਉਹ ਰਸ ਆਏ ਜਾਏਗਾ ਭਾਈ, ਉਹਦੇ ਵੱਲ ਨੂੰ ਹੋ ਹੀ ਜਾਏਗਾ। ਪੱਥਰ ਹਟਾਉਣੇ ਪੈਣੇ ਆ ਤੈਨੂੰ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰਸਾਂ ਦੇ ਪੱਥਰ ਜਿਹੜੇ ਹੈਗੇ। ਇਹ ਜਿਹੜਾ ਉਹ ਪਾਇਆ ਹੋਇਆ ਆਪਾਂ ਨੇ ਕਵਚ ਜਿਹੜਾ ਹੈਗਾ, ਸਵਾਦ ਸਨਾਹ ਟੋਪ ਮਮਤਾ ਕੋ, ਕੁਬੁੱਧ ਕਮਾਨ ਚੜਾਈ। ਤ੍ਰਿਸ਼ਨਾ ਤੀਰ ਰਹੇ ਘਟ ਪੀਤਰ, ਇਉਂ ਗੜ ਲਿਓ ਨ ਜਾਈ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਦੇਖ ਲਓ ਭਾਈ, ਇੱਕ ਬੂੰਦ ਮਿਲ ਗਈ ਤੇ ਰਸ ਨਹੀਂ ਪਾਊਗਾ। ਫਿਰ ਉਨੀ ਦੇਰ ਤੱਕ ਆਪਾਂ ਨੇ ਜਿਹੜਾ ਹੈਗਾ ਕੰਟਰੋਲ ਕਰਨਾ ਹੈ ਆਪਣੇ ਉੱਤੇ। ਲੱਲਾ ਐਸੇ ਲਿਵ ਮਨ ਲਾਵੈ, ਮਨ ਨੇ ਲਿਵ ਲਗਾਉਣੀ ਆ। ਲੱਲੇ ਅੱਖਰ ਤੋਂ ਗਿਆਨ ਦੇ ਰਹੇ, ਐਸ ਤਰੀਕੇ ਦੇ ਨਾਲ ਅੰਤ ਨਾ ਜਾਏ ਪਰਮ ਸੱਚ ਪਾਵੈ। ਕਹਿੰਦੇ ਮਨ ਕਿਤੇ ਜਾਏ ਨਾ, ਮਨ ਦੇ ਉੱਤੇ ਪੂਰਾ ਕੰਟਰੋਲ। ਵਿਚਾਰਾਂ, ਮਨ ਤੇ ਕੰਟਰੋਲ ਕੀ ਆ? ਵਿਚਾਰਾਂ ਦੇ ਉੱਤੇ ਕੰਟਰੋਲ। ਬੈਠਣਾ ਆ, ਡਿਸਪਲੇ ਕੀ ਹੋ ਰਿਹਾ ਆ, ਕਿਹੜਾ ਵਿਚਾਰ ਆ ਰਿਹਾ ਆ, ਨਹੀਂ ਆਪਣੀ ਸੁਰਤ ਜੋੜਨੀ ਉਹਦੇ ਨਾਲ। ਲੱਲਾ ਐਸੇ ਲਿਵ ਮਨ ਲਾਵੈ, ਅੰਤ ਨਾ ਜਾਏ ਪਰਮ ਸੱਚ ਪਾਵੈ। ਜੇ ਅੰਤ ਜਾਣਾ ਕੀ ਹੈ? ਵਿਚਾਰ ਕੀ ਹੈ? ਮਾਇਆ, ਬਾਹਰ, ਆਕਾਰ, ਪਦਾਰਥ, ਸਵਾਦ, मोह, ममता। लल्ला ऐसे लिव मन लावै, अंत न जाए परम सच पावै। और जो तहाँ प्रेम लिव लावै, कहते बस प्रेम दे नाल जे लिव ला ले ना तो अल्लो लह, अल्लाह लह लह चरण समावै। आ लो सुन दे विच समा गया, कबीर जी का टारगेट पूरा हो गया। देख लो यात्रा पूरी दस रहे कबीर जी। लल्ला ऐसे लिव मन लावे, अंत न जाए परम सच पावे। और जो तहाँ प्रेम लिव लावे, तो अल्लाह लह लह चरण समावे। ववा बार बार बिसन समार। आ लो कबीर जी कह रहे हैं भाई, हुणे जाप की गल कर रहे कबीर जी। अंदर सुरत के द्वारा जाप की गल, इस तो बाद जिहड़े है आटोमैटिक अजापा जाप हो जाएगा। फिर ववा बार बार बिसन समार, बिसन समार ना आवे हार। नहीं हारेगा प्यारिया, नहीं हारेगा। और बिसन नूं कहता जी ये तो विष्णु भगवान की गल हो रही, फिर भटक गए। ववा बार बार बिसन समार, वो बिसन जिहड़ा है जो मालक परमात्मा सारी दुनिया का राजा। ववा बार बार बिसन समार, बिसन समार ना आवे हार, ना आवे हार। नहीं हारेगा प्यारिया। बल बल जे बिसन तना जस गावै। आ हा कहते बलिहार हाँ मैं, बलिहार हाँ जिहड़ा वो विष्णु दे तने जिहड़ा हैगे, जिहड़े विष्णु दे तने वो जिहड़े साधु ध्यान सिमरन करन वाले कहते वो जस गाउंदे आ उस मालक परमात्मा दा। कहते मैं तो बलिहार हाँ। कबीर जी कहते हैं भाई विशन मिले सब ही सच पावै। कहते विष्णु वो मालक परमात्मा दे नाल मिल जाते हैं और सारी जगह ते जिथे मर्जी देख लो वही सच हैगा, वो प्राप्ति हो जाती है। बूंद सागर दे विच चली जाती है, सुरत सुन दे विच चली जाती है। वव्वा वाही जानिए, वाह जाने इहो होए। कहते भाई उसे नूं जानना बनता है भाई, उसे नूं जानना बनता है। जे जान लेगा तो तुम ही वही हो जाएगा भाई। वव्वा वाही जानिए, वाह जाने इहो होए। मालक का ही रूप हो जाता है भाई, उस तो घट नहीं। वव्वा वाही जानिए, वाह जाने इहो होए। बूंद सागर दे विच सागर ही कहलाएगी। ये और ओह जब मिले तब मिलत न जाने कोई। कहते जद बूंद सागर दे विच चली गई, हुण कढ़ के दिखा दो कित्थे आ बूंद पाई, किहड़ी बूंद सीगी, कढ़ के दिखाओ।
ਕਿਹੜਾ ਹੈਗਾ ਜਿਹੜਾ ਇਹ ਮਿਲਾਪ ਨੂੰ ਜਿਹੜਾ ਹੈਗਾ ਦੱਸ ਸਕਦਾ ਹੈ? ਇਹ ਔਰ ਉਹ ਜਬ ਮਿਲੈ ਤਬ ਮਿਲਤ ਨਾ ਜਾਣੇ ਕੋਏ। ਸੱਸਾ ਸੋ ਨੀਕਾ ਕਰ ਸੋ ਦੋ। ਭਾਈ ਦੇਖ ਲਾ ਕੀ ਕੰਮ ਕਰਨ ਵਾਸਤੇ ਆਏ ਆ, ਕਿਹਦੀ ਖੋਜ ਕਰਨੀ ਹੈ, ਕਿਹਦੀ ਸੋਧ ਕਰਨੀ ਹੈ, ਕਿਹਦੀ ਸੁੱਧ ਲੈਣੀ ਹੈ। ਸੱਸਾ ਸੋ ਨੀਕਾ ਕਰ ਸੋ ਦੋ। ਘੱਟ ਪਰਚਾ ਕੀ ਬਾਤ ਨਿਰੋਧੋ। ਘੱਟ ਦੇ ਵਿੱਚ ਪਰਚਾ ਪੈਣਾ ਆ ਔਰ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰਨਾ ਆ, ਨਿਰੋਧਣਾ ਆ। ਘੱਟ ਪਰਚਾ ਕੀ ਬਾਤ ਨਿਰੋਧੋ। ਘੱਟ ਪਰਚੇ ਜੋ ਉਪਜੈ ਭਾਓ। ਘੱਟ ਦੇ ਵਿੱਚ ਪਰਚ ਜਾਏਗਾ ਜੇ ਪਿਆਰ ਪੈਦਾ ਹੋ ਜਾਏਗਾ ਤੇ ਵਿਸ਼ਵਾਸ ਤੇ ਪਿਆਰ। ਘੱਟ ਪਰਚਾ ਜੋ ਉਪਜੈ ਭਾਓ। ਪੂਰ ਰਿਹਾ ਤੈਂ ਤਿਰ ਭਵਨ ਰਾਓ। ਲਓ ਆ ਗਿਆ ਮਾਲਕ ਪਰਮਾਤਮਾ ਅੰਦਰ ਪ੍ਰਗਟ ਹੋ ਗਿਆ। ਖੱਖਾ ਖੋਜ ਪਰੇ ਜੋ ਕੋਈ ਆਇਆ ਖੋਜ ਪਾਈ। ਆ ਕੰਮ ਕਰਨ ਵਾਲਾ ਆ, ਐਸ ਦੇ ਇੱਥੇ ਪ੍ਰਾਣ ਸ਼ਕਤੀ ਲਾਉਣੀ ਆ। ਉਹ ਮਾਲਕ ਪਰਮਾਤਮਾ ਜਿਹਨੇ ਦੁਨੀਆ ਬਣਾਈ ਆ ਉਹਨੂੰ ਖੋਜਣਾ ਜਾਇਜ਼ ਹੈਗਾ ਕਿ ਜਿਹੜੀ ਦੁਨੀਆ ਹੈਗੀ ਉਹਨੂੰ ਉਹਨੂੰ ਉਹਦੇ ਵਿੱਚ ਗੁੰਮ ਹੋਣਾ ਜਾਇਜ਼ ਹੈ? ਕਿੱਥੋਂ ਦੀ ਜਿਹੜੀ ਹੈਗੀ ਇਹ ਬੁੱਧੀਮਤਾ ਹੈਗੀ ਦੱਸੋ? ਸੋਰਸ ਜਿਹੜਾ ਹੈਗਾ, ਸੋਰਸ ਨੂੰ ਛੱਡ ਕੇ ਆਪਾਂ ਜਿਹੜੇ ਹੈਗੇ ਆ ਉਹਦੇ ਪ੍ਰੋਡਕਟ ਦੇ ਉੱਤੇ ਜਿਹੜਾ ਹੈਗਾ ਖੁਸ਼ ਹੋ ਰਹੇ। ਸੋਰਸ ਮਿਲ ਰਿਹਾ ਆਪਾਂ ਨੂੰ, ਇੱਕ ਫੈਕਟਰੀ ਆਪਾਂ ਨੂੰ ਮਿਲ ਰਹੀ ਹੈ, ਆਪਾਂ ਇੱਕ ਆਈਟਮ ਤੇ ਖੁਸ਼ ਹੋ ਰਹੇ ਹਾਂ। ਖੱਖਾ ਖੋਜ ਪਰੇ ਜੋ ਕੋਈ, ਜੋ ਖੋਜੈ ਸੋ ਬੋਹਰ ਨਾ ਹੋਈ। ਕਹਿੰਦੇ ਬਸ ਜਿਹੜਾ ਖੋਜ ਲਏਗਾ ਦੁਬਾਰਾ ਜਨਮ ਮਰਨ 'ਚ ਨਹੀਂ ਆਏਗਾ ਭਾਈ, ਉਹ ਪਰਮਾਤਮਾ ਦਾ ਰੂਪ ਹੋ ਜਾਏਗਾ। ਜਿਹੜਾ ਖੋਜੇਗਾ ਉਹ ਵਾਪਸ ਉਹੇ ਜਿਹਾ ਨਹੀਂ ਹੋਏਗਾ ਭਾਈ, ਉਹ ਤਾਂ ਇੱਕਮਿਕ ਹੋ ਜਾਏਗਾ, ਮਾਲਕ ਪਰਮਾਤਮਾ ਦਾ ਰੂਪ ਹੋ ਜਾਏਗਾ। ਖੋਜ ਬੂਝ ਜੋ ਕਰੇ ਵਿਚਾਰਾ, ਤਉ ਭੌਜਲ ਤਰਤ ਨਾ ਲਾਵੇ ਬਾਰਾ। ਆਹੀ ਹੈ ਭਾਈ, ਖੋਜ ਕਰਨੀ ਆ ਤੇ ਬੁੱਝ ਕਰਨੀ ਹੈ। ਕਿਵੇਂ ਖੋਜ ਕਰਨੀ ਹੈ ਇਹਦੀ ਵਿਚਾਰ ਜਿਹੜਾ ਕਰ ਲਏਗਾ। ਇਹ ਯਾਤਰਾ ਕਰਨੀ ਹੈ ਤੇ ਕਿਵੇਂ ਕਰਨੀ ਹੈ, ਇਹਦੇ ਵਾਸਤੇ ਕੀ ਕੀ ਚੀਜ਼ਾਂ ਜ਼ਰੂਰੀ ਹੈਗੀਆਂ, GPS, ਔਰ ਇਹਦੇ ਵਾਸਤੇ ਕੀ ਕੀ ਸਾਧਨ ਚਾਹੀਦੇ, ਕੀ ਛੱਡਣਾ ਹੈਗਾ ਮੈਂ ਜਿਹੜਾ ਵਜਨ ਜ਼ਿਆਦਾ ਨਾ ਹੋ ਜੇ ਮੇਰੇ। ਖੋਜ ਬੂਝ ਜੋ ਕਰੇ ਵਿਚਾਰਾ, ਤਉ ਭੌਜਲ ਤਰਤ ਨਾ ਲਾਵੇ ਬਾਰਾ। ਇਹ ਭੌਜਲ ਸੰਸਾਰ ਦੇ ਉੱਤਰ ਹੈਗਾ ਭਾਈ, ਫਿਰ ਨਹੀਂ ਟਾਈਮ ਲੱਗਦਾ ਕਹਿੰਦੇ ਪਾਰ ਕਰਨ ਨੂੰ। ਜਿਹਨੂੰ ਖੋਜ ਵੀ ਪਤਾ ਹੈ ਤੇ ਬੂਝ ਵੀ ਪਤਾ ਹੈ, ਜਿਹਦੇ ਕੋਲ ਗਿਆਨ ਵੀ ਹੈਗਾ ਤੇ ਧਿਆਨ ਵੀ ਹੈਗਾ। ਧਿਆਨ ਹੈਗੀ ਖੋਜ, ਗਿਆਨ ਹੈਗਾ ਬੂਝ। ਸੱਸਾ ਸੋ ਸ਼ਹਿ ਸੇਜ ਸਵਾਰੈ। ਉਹ ਮਾਲਕ ਨੇ ਸੇਜ ਥੋੜ੍ਹੀ ਨਾ ਸਵਾਰਨੀ ਹੈ। ਜਿਹੜਾ ਵੀ ਅਭਿਆਸੀ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਖੋਜ ਬੂਝ ਕਰਕੇ ਜਿਹੜਾ ਹੈਗਾ ਯਾਤਰਾ ਕਰਦਾ ਹੈ, ਉਹ ਸੇਜ ਸਵਾਰ ਲੈਂਦਾ ਆਪਣੀ। ਉਹ ਮਾਲਕ ਪਰਮਾਤਮਾ ਪਤੀ ਆ ਜਾਂਦਾ ਸੇਜਾਂ ਦੇ ਉੱਤੇ। ਸੱਸਾ ਸੋ ਸ਼ਹਿ ਸੇਜ ਸਵਾਰੈ, ਸੋਈ ਸਹੀ ਸੰਦੇਹ ਨਿਵਾਰੈ। ਉਹੀ ਸਹੀ ਹੈ ਭਾਈ, ਉਹਦਾ ਕੋਈ ਡਾਊਟ ਨਹੀਂ ਰਹਿੰਦਾ ਕਿਸੇ ਪਾਸਿਓਂ। ਜਿਹੜਾ ਹੈਗਾ ਇਹ ਸਹਿਸਾ ਨਹੀਂ ਰਹਿੰਦਾ ਉਹਦੇ ਅੰਦਰ। ਅਲਪ ਸੁਖ ਛਾੜ ਪਰਮ ਸੁਖ ਪਾਵਾਂ। ਕਹਿੰਦੇ ਅਲਪ ਸੁਖ ਇਹ ਛਣਿਕ ਸੁਖ ਆ, ਕਾਮ ਦਾ ਸੁਖ ਸਭ ਤੋਂ ਉੱਪਰ ਗਿਣਦੇ ਆ। ਸਵਾਦ ਜੀਵ ਦਾ ਸੁਖ ਦੇਖ ਲਓ, ਕੰਨਾਂ ਦਾ, ਅੱਖਾਂ ਦਾ, ਸਾਰਾ ਜਿਹੜੇ ਸੁਖ ਕਹਿੰਦੇ ਅਲਪ ਆ ਭਾਈ। ਅਲਪ ਸੁਖ ਛਾੜ ਪਰਮ ਸੁਖ ਪਾਵਾਂ, ਤਾਂ ਪਰਮ ਸੁਖ ਮਿਲੂਗਾ। ਆਹੀ ਯਾਤਰਾ ਹੈਗੀ। ਉਹ ਕਹਿੰਦੇ ਚੋਗੇ ਦੇ ਉੱਤੇ ਡਿੱਗਿਆ ਰਹੇਗਾ ਪਿਆਰਿਆ ਤੇ ਫਿਰ ਤਾਂ ਤੈਨੂੰ ਪਰਮ ਸੁਖ ਨਹੀਂ ਮਿਲ ਸਕਦਾ। ਇਹ ਅਲਪ ਸੁਖ ਹੀ ਚੋਗਾ ਹੈਗਾ ਸਾਰਾ ਦਾ ਸਾਰਾ। ਅਲਪ ਸੁਖ ਛਾੜ ਪਰਮ ਸੁਖ ਪਾਵਾਂ, ਤਬ ਇਹ ਤ੍ਰੀ ਉਹ ਕੰਤ ਕਹਾਵਾ। ਤਾਂ ਇਹ ਪਾਏ ਜੀਵ ਇਸਤਰੀ ਹੈ ਤੇ ਉਹ ਮਾਲਕ ਪਰਮਾਤਮਾ ਪਤੀ ਹੈਗਾ। ਹਾਹਾ ਹੋਤ ਹੋਏ ਨਹੀਂ ਜਾਣਾ। ਕਹਿੰਦੇ ਉਹ ਮਾਲਕ ਪਰਮਾਤਮਾ ਹੈਗਾ ਔਰ ਮਨੁੱਖੀ ਸਰੀਰ ਪਾ ਲਈ ਆ, ਤਾਂ ਵੀ ਜਿਹੜਾ ਤੂੰ ਨਹੀਂ ਜਾਣਿਆ, ਤਾਂ ਵੀ ਤੂੰ ਇਸ ਰਸਤੇ ਨਹੀਂ ਤੁਰਿਆ। ਜਬ ਹੀ ਹੋਏ ਤਬੇ ਮਨ ਮਾਨਾ। ਜੇ ਬਸ ਤੇਰਾ ਆ ਗਿਆ ਇਸ ਦੇ ਉੱਤੇ ਤੇਰਾ ਵਿਸ਼ਵਾਸ ਵੀ ਮਾਲਕ ਪਰਮਾਤਮਾ ਹੀ ਚਾਰ ਛਪੇਰੇ ਹੈਗਾ, ਮੇਰੇ ਅੰਦਰ ਬਾਹਰ ਮਾਲਕ ਹੈ, ਉਹਦੇ ਨਾਲ ਮੈਂ ਜਿਹੜਾ ਹੈਗਾ ਇੱਕਮਿਕ ਹੋਣਾ, ਤਾਂ ਮਨ ਮੰਨ ਜਾਏਗਾ ਭਾਈ। ਜਦ ਤੱਕ ਮਾਲਕ ਦੀ ਐਗਜ਼ਿਸਟੈਂਸ ਨਹੀਂ ਹੈਗੀ ਤੇ ਕੁਛ ਵੀ ਨਹੀਂ ਹੋਣਾ ਭਾਈ। ਹਾਹਾ ਹੋਤ ਹੋਏ ਨਹੀਂ ਜਾਣਾ, ਨਹੀਂ ਜਾਣਨਾ ਹੈਗਾ। ਮਾਲਕ ਤਾਂ ਹਮੇਸ਼ਾ ਹੀ ਹੈਗਾ, ਉਹਦੇ ਤਾਂ
ਉਹਨੇ ਤਾਂ ਉਹਦਾ ਆਪਾਂ ਹੀ ਨਹੀਂ ਜਾਣਦੇ ਪਾਏ। ਔਰ ਜਦ ਤੱਕ ਨਹੀਂ ਜਾਣਦੇ ਤਦ ਤੱਕ ਗੱਲ ਬਣਨੀ ਨਹੀਂ। ਜਦ ਆਪਾਂ ਨੇ ਮਾਲਕ ਦਾ ਐਗਜ਼ਿਸਟੈਂਸ ਲੈ ਲਿਆ, ਬਈ ਮਾਲਕ ਹੀ ਤਾਂ ਹੈਗਾ, ਮੈਂ ਤਾਂ ਕੁਛ ਵੀ ਨਹੀਂ, ਆ ਤਾਂ ਮੇਰਾ ਸਮਾਂ ਹੈ, ਮੇਰੇ ਆਪਾਂ ਕੰਬਾ ਛਿੜਨਾ ਚਾਹੀਦਾ ਵੀ ਇਹਦੇ ਬਾਅਦ ਕੀ ਹੋਊਗਾ ਮਨੁੱਖੀ ਸਰੀਰ ਦੇ ਬਾਅਦ। ਜੇ ਮੈਂ ਨਹੀਂ ਇਸ ਪਾਸੇ ਗਿਆ ਤਾਂ ਮੇਰਾ ਕੀ ਬਣੂਗਾ। ਆਪਣੇ ਕੋਲ ਕਿਸ ਪਾਸਿਓਂ ਗਰੰਟੀ ਹੈਗੀ ਆਪਾਂ ਨੂੰ ਕਿਹੜੇ ਪਾਸੇ ਜਾਵਾਂਗੇ, ਕਿਹੜੀ ਜੂਨ 'ਚ ਜਾਵਾਂਗੇ। ਹਾਹਾ ਹੋਤ ਹੋਏ ਨਹੀਂ ਜਾਣਾ, ਜਬ ਹੀ ਹੋਏ ਤਬ ਹੈ ਮਨ ਮਾਨਾ, ਹੈ ਤੋ ਸਹੀ ਲਖੇ ਜੋ ਕੋਈ। ਕਹਿੰਦੇ ਮਾਲਕ ਤਾਂ ਹੈਗਾ ਬਾਈ, ਕਮੀ ਹੈਗੀ, ਜਿਹੜਾ ਹੈਗਾ ਕੋਈ ਲਖਣਾ ਹੀ ਨਹੀਂ ਚਾਹੁੰਦਾ, ਕੋਈ ਆਉਣਾ ਹੀ ਨਹੀਂ ਚਾਹੁੰਦਾ। ਇੰਨੇ ਸਵਾਦ ਚੰਗੇ ਲੱਗਦੇ, ਇੰਨਾ ਚੋਗਾ ਚੰਗਾ ਲੱਗਦਾ। ਹੈ ਤੋ ਸਹੀ ਲਖੇ ਜੋ ਕੋਈ, ਜਬ ਤਬ ਉਹੀ ਉਹ ਇਹ ਨਾ ਹੋਈ। ਬਸ ਕਹਿੰਦੇ ਫਿਰ ਤਾਂ ਉਹ ਉਹੀ ਹੋ ਗਿਆ, ਉਹਦਾ ਰੂਪ ਹੀ ਹੋ ਗਿਆ, ਆ ਨਹੀਂ ਰਹੂਗਾ। ਫਿਰ ਉਹ ਸੈਪਰੇਟ ਨਹੀਂ ਰਹੇਗਾ, ਬੂੰਦ ਸਾਗਰ ਦੇ ਵਿੱਚ ਜਾਏਗੀ ਪਾਈ। ਹੈ ਤੋ ਸਹੀ ਲਖੇ ਜੋ ਕੋਈ, ਤਬ ਉਹੀ ਉਹ ਇਹੋ ਨਾ ਹੋਈ। ਲਿਉਂ ਲਿਉਂ ਕਰਤ ਫਿਰੈ ਸਭ ਲੋਕ, ਬਸ ਆ ਵੀ ਲੈ ਲਾਂ, ਆ ਵੀ ਲੈ ਲਾਂ, ਆ ਵੀ ਚਾਹੀਦਾ, ਆ ਵੀ ਚਾਹੀਦਾ। ਇੰਨੀ ਤ੍ਰਿਸ਼ਨਾ ਲੱਗੀ ਹੋਈ ਹੈ। ਸਾਰੀ ਦੁਨੀਆ ਜਿਹੜੀ ਹੈਗੀ ਬਸ ਚੋਗੇ ਦੇ ਉੱਤੇ ਡਿੱਗੀ ਪਈ ਹੈ। ਸਾਰੀ ਦੁਨੀਆ ਚੋਗੇ ਦੇ ਉੱਤੇ ਡਿੱਗੀ ਪਈ ਹੈ। ਲਿਉਂ ਲਿਉਂ ਕਰਤ ਫਿਰੈ ਸਭ ਲੋਕ, ਤਾਂ ਕਾਰਨ ਵਿਆਪੇ ਬਹੁਤ ਸੋਗ। ਇਸੇ ਕਰਕੇ ਉਦਾਸੀ, ਇਸੇ ਕਰਕੇ ਰੋਗ ਹੈਗੇ ਆ। ਤਾਂ ਕਾਰਨ ਵਿਆਪੇ ਬਹੁਤ ਸੋਗ, ਰੋਗ ਹੈਗੇ ਅਤੇ ਸੋਗ ਹੈਗੇ। ਲక్ష్ਮੀ ਵਰਸਿਓ ਜੋ ਲਿਉ ਲਾਵੈ, ਲਿਉ ਲਾਵੈ। ਲక్ష్ਮੀ ਵਰ ਕੌਣ ਹੈ? ਲక్ష్ਮੀ ਦਾ ਪਤੀ। ਆ ਮਾਇਆ ਸਾਰੀ ਲక్ష్ਮੀ ਜੋ ਦੁਨੀਆ ਦਿਸ ਰਹੀ ਹੈ, ਇਹਦਾ ਪਤੀ ਪਰਮਾਤਮਾ। ਕਹਿੰਦਾ ਜਿਹੜਾ ਉਹਦੇ ਨਾਲ ਲਿਵ ਲਾ ਲੇਗਾ, ਲਿਵ ਲਾ ਲੇਗਾ। ਲక్ష్ਮੀ ਵਰਸਿਓ ਜੋ ਲਿਉ ਲਾਵੈ, ਸੋਗ ਮਿਟੇ ਸਭ ਹੀ ਸੁਖ ਪਾਵੈ। ਬਸ ਕਹਿੰਦੇ ਸੋਗ ਮਿਟ ਜਾਏਗਾ ਪਾਏ, ਸਾਰੇ ਸੁਖ ਪ੍ਰਾਪਤ ਹੋ ਜਾਣਗੇ। ਸੋਗ ਮਿਟੇ ਸਭ ਹੀ ਸੁਖ ਪਾਵੈ। ਖੱਖਾ ਖਿਰਤ ਖਪਤ ਗਏ ਕੇਤੇ, ਕਹਿੰਦੇ ਨਹੀਂ ਇਸ ਪਾਸੇ ਗਏ। ਕਿੰਨੇ ਕੁ ਜਿਹੜੇ ਹੈਗੇ, ਦੁਨੀਆ ਸਾਰੀ ਲੁਕਾਈ ਜਿਹੜੀ ਹੈ ਖਿਰ ਰਹੀ ਹੈ, ਖਪੀ ਜਾ ਰਹੀ ਹੈ ਇਸ ਮਾਇਆ ਦੇ ਵਿੱਚ। ਆਪਣਾ ਜਨਮ ਨਸ਼ਟ ਕਰਕੇ ਜਾਈ ਜਾ ਰਹੇ, ਆਈ ਜਾ ਰਹੇ, ਜਾਈ ਜਾ ਰਹੇ। ਇਹ ਖੇਡ ਚੱਲੀ ਜਾ ਰਹੀ ਹੈ। ਖਿਰਤ ਖਪਤ ਅਜੂ ਨਾ ਚੇਤੇ, ਕਹਿੰਦੇ ਹਾਲੇ ਵੀ ਉਸ ਖਪਤ ਖਿਰਤ ਦੇ ਵਿੱਚ ਹੀ ਰਹਿਣਾ ਪਸੰਦ ਕਰਦਾ ਇਨਸਾਨ, ਹਾਲੇ ਵੀ ਨਹੀਂ ਚੇਤਦਾ, ਜੂੰ ਰੇਂਗਦੀ ਹੀ ਨਹੀਂ ਹੈ। ਆ ਗਿਆਨ ਦੇ ਦੁਆਰਾ ਵੀ ਕੁਛ ਨਹੀਂ ਫਰਕ ਪੈਂਦਾ। ਅਬ ਜਗ ਜਾਨ ਜੋ ਮਨਾ ਰਹਿ। ਜੇ ਹੁਣ ਜਿਹੜਾ ਹੈਗਾ ਮਨੁੱਖਾ ਜੂਨ ਮਿਲੀ ਹੋਈ ਆ, ਤੇ ਸਮਝ ਲੈ ਪਾਈ ਇਹ ਜੱਗ ਦੇ ਵਿੱਚ ਮਾਲਕ ਹੀ ਹੈਗਾ। ਇਹ ਜੱਗ ਜਿਹੜਾ ਹੈਗਾ ਮਿੱਥਿਆ, ਇਹਦੀ ਜਾਣਕਾਰੀ ਲੈ ਲੈ, ਸਮਝ ਲੈ ਵੀ ਇਹ ਜੱਗ, ਇਹ ਸਵਾਦ ਚੋਗਾ ਜੋ ਦਿਸ ਰਿਹਾ ਆ, ਜੋ ਘਰ ਵਾਲੀ ਬੱਚੇ, ਜੋ ਵੀ ਬਿਊਟੀ ਤੇ ਫਲਾਨਾ ਤੇ ਟਿਮਕਾ, ਜੋ ਦੁਨੀਆ ਦੇ ਵਿੱਚ ਜੋ ਕੁਛ ਨਜ਼ਰ ਆ ਰਿਹਾ ਮੈਨੂੰ, ਇਹ ਜੋ ਮਹਿਲ ਮਾੜੀਆਂ, ਜੋ ਪਦਾਰਥ, ਕਹਿੰਦੇ ਪਾਏ ਇਹਦੀ ਹਕੀਕਤ ਪਤਾ ਲੱਗੇ ਇਹ ਧੋਖਾ ਹੈਗਾ, ਟਰੈਪ ਹੈਗਾ। ਇਹ ਹਮੇਸ਼ਾ ਨਹੀਂ ਰਹਿਣਾ। ਮੇਰਾ ਸਰੀਰ ਛੀਣ ਹੋਈ ਜਾ ਰਿਹਾ ਹੈ, ਮੇਰਾ ਸਮਾਂ ਨੇੜੇ ਆਈ ਜਾ ਰਿਹਾ ਹੈ, ਕਾਲ ਨੇੜੇ ਆ ਰਿਹਾ ਹੈ। ਆਹ ਚੀਜ਼ ਜਿਹਨੇ ਜਾਣ ਲਈ, ਅਬ ਜਗ ਜਾਨ ਜੋ ਮਨਾ ਰਹੇ। ਬਸ ਆਪਣੇ ਮਨ ਦੇ ਅੰਦਰ ਟਿਕ ਜਾਏ ਔਰ ਮਾਇਆ ਨੂੰ ਮਨਾ ਕਰ ਦੇ। ਅਬ ਜਗ ਜਾਨ ਜੋ ਮਨਾ ਰਹੇ, ਜਹ ਕਾ ਵਿਛੜਾ ਤਹ ਥਿਰ ਲਹੈ। ਜਿਹਦੇ ਨਾਲੋਂ ਵਿਛੜਿਆ ਹੈ ਪਾਏ, ਥਿਰ ਹੋ ਜਾਏਗਾ ਔਰ ਉਹਨੂੰ ਲੈ ਲਏਗਾ ਪਰਮਾਤਮਾ ਨੂੰ, ਬੂੰਦ ਸਾਗਰ ਦੇ ਵਿੱਚ ਹੋ ਜਾਏਗਾ, ਇੱਕਮਿਕ ਹੋ ਜਾਏਗਾ। ਹਾਂ, ਕਬੀਰ ਜੀ ਨੇ ਯਾਤਰਾ ਪੂਰੀ ਦੀ ਪੂਰੀ ਡਿਫਾਈਨ ਕਰਤੀ ਆਪਾਂ ਨੂੰ, ਸਾਰਾ ਗਿਆਨ ਦਿੱਤਾ ਆਪਾਂ ਨੇ। ਦੇਖ ਲਓ ਕਿੱਥੋਂ ਲਿਖਿਆ ਸੀ, ਯਈਏ ਤੋਂ ਚੁੱਕਿਆ ਸੀਗਾ ਗਿਆਨ, 34 ਤੋਂ ਲੈ ਕੇ 44 ਤੱਕ ਆ ਗਏ ਆਪਾਂ। ਇੰਨਾ ਹੀ ਸਮਝ ਲਓ। ਚਲੋ ਕਹਿੰਦੇ ਬਥੇਰਾ ਮੈਂ ਹੁਣ ਇੰਨਾ ਇੱਕ ਇੱਕ ਅੱਖਰ ਦੇ ਨਾਲ ਗਿਆਨ ਦੇ ਕੇ, ਪੋਇਟਰੀ ਬਣਾ ਕੇ ਔਰ ਚੰਗੀ ਤਰ੍ਹਾਂ ਜਿਹੜਾ ਹੈਗਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। 52 ਅੱਖਰ ਜੋੜੇ ਆਨ, ਕਹਿੰਦੇ 52 ਅੱਖਰਾਂ ਦੇ ਨਾਲ ਮੈਂ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਇੱਕ ਅੱਖਰ ਤੋਂ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ, ਜੋੜ ਕੇ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ। 52 ਅੱਖਰ ਜੋੜੇ ਆਨ, ਸਕਿਆ ਨਾ ਅੱਖਰ ਏਕ ਪਛਾਣ। ਕਹਿੰਦੇ ਉਹ ਅੱਖਰ ਨਹੀਂ ਪਛਾਣ ਸਕਿਆ। 2.5 ਅੱਖਰ ਪ੍ਰੇਮ ਕੇ ਪੜੇ ਸੋ ਪੰਡਤ ਹੋਏ, ਪੋਥੀ ਪਰ ਜਗ ਮੁਆ ਪੰਡਤ ਪਿਆ ਨਾ ਕੋਏ। 2.5 ਅੱਖਰ ਪ੍ਰੇਮ ਕੇ ਪੜੇ ਸੋ ਪੰਡਤ ਹੋਏ। ਕਹਿੰਦੇ ਅੱਖਰ ਪ੍ਰੇਮ, ਇਹ ਅੱਖਰ ਨਹੀਂ ਬੁੱਝ ਸਕਿਆ, ਨਹੀਂ ਜਪ ਸ਼ੁਰੂ ਕੀਤਾ, ਨਹੀਂ ਜਿਹੜਾ ਜਾਪਾ 'ਚ ਗਿਆ, ਨਹੀਂ ਜਿਹੜਾ ਹੈਗਾ ਅਨਹਦ 'ਚ ਗਿਆ, ਨਹੀਂ ਜਿਹੜਾ ਸੁਣਨ 'ਚ ਸਮਾਇਆ।
52 ਅੱਖਰ ਜੋ ਰਿਆਨ, ਸਕਿਆ ਨਾ ਅੱਖਰ ਏਕ ਪਛਾਨ, ਸਭ ਸਤ ਕਾ ਸ਼ਬਦ ਕਬੀਰਾ ਕਹੈ। ਕਹਿੰਦੇ ਭਾਈ ਇਹ ਹੈਗਾ ਸਤ, ਇਹ ਹੈਗਾ ਸਤ, ਇਹਦੀ ਹੋਂਦ ਹੈਗੀ ਆ, ਇਹਦਾ ਐਗਜ਼ਿਸਟੈਂਸ ਹੈ, ਇਹਦੇ ਨਾਲ ਹੀ ਤੇਰੀਆਂ ਜਿਹੜੀਆਂ ਹੈਗੀਆਂ ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀਆਂ ਹੈਗੀਆਂ, ਤੇਰੇ ਅੰਦਰ ਸਤ ਪੈਦਾ ਹੋਣਾ ਹੈ। ਸਤ ਕਾ ਸ਼ਬਦ ਕਬੀਰਾ ਕਹੇ, ਇਹਨੂੰ ਪ੍ਰਗਟ ਕਰ ਲਾ ਪਿਆਰਿਆ, ਅੱਖਰਾਂ ਦੇ ਵਿੱਚ ਨਹੀਂ ਹੈਗਾ। ਪੰਡਤ ਹੋਏ ਸੋ ਅਨਭੈ ਰਹੈ, ਇਹ ਅਨੁਭਵ ਹੋਣਾ ਹੈ, ਤੇਰਾ ਅਨੁਭਵ ਕਰਨਾ ਹੈ, ਇਹਨੂੰ ਅੰਦਰ ਪਰ ਪ੍ਰੈਕਟੀਕਲ ਕਰੇਗਾ ਤਾਂ ਅਨੁਭਵ ਹੋਏਗਾ। ਜੇ ਗਿਆਨੀ ਹੈਗਾ ਕੋਈ, ਗਿਆਨੀ ਅਸਲ ਐਕਚੁਅਲ ਜਿਹੜਾ ਹੈਗਾ, ਜਿਹਦੇ ਅੰਦਰ ਗਿਆਨ ਹੈ, ਬ੍ਰਹਮ ਗਿਆਨ ਹੈਗਾ ਜਿਹਦੇ ਕੋਲ, ਪੰਡਤ ਹੋਏ ਸੋ ਅਨਭੈ ਰਹੇ, ਉਹ ਅਨੁਭਵ ਕਰ ਲਏਗਾ ਭਾਈ। ਸਤ ਕਾ ਸ਼ਬਦ ਦੇਖੋ 52 ਅੱਖਰ ਜੋ ਰਿਆਨ, ਸਕਿਆ ਨਾ ਅੱਖਰ ਏਕ ਪਛਾਨ, ਸਤ ਕਾ ਸ਼ਬਦ ਕਬੀਰਾ ਕਹੈ, ਪੰਡਤ ਹੋਏ ਸੋ ਅਨਭੈ ਰਹੈ। ਪੰਡਤ ਲੋਗਾਂ ਕੋ ਵਿਵਹਾਰ, ਬਾਕੀ ਦੁਨੀਆ ਦੀ ਪੰਡਤਾਈ ਮੇਰੇ ਵਰਗੇ ਜਿਹੜੇ ਹੈਗੇ ਗਿਆਨ ਘੋਟਦੇ ਆ, ਕਹਿੰਦੇ ਇਹ ਤਾਂ ਲੋਕਾਂ ਦਾ ਵਿਵਹਾਰ ਹੈ ਭਾਈ। ਮਾਲਕ ਪਰਮਾਤਮਾ ਦੇ ਨਾਲ ਯਾਤਰਾ ਕਰਦੇ ਵਾਸਤੇ ਪ੍ਰੈਕਟੀਕਲ ਚਾਹੀਦਾ ਹੈ। ਪੰਡਤ ਲੋਗਾਂ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ। ਕਹਿੰਦੇ ਗਿਆਨਵਾਨ ਭਾਈ ਉਹਦੇ ਵਾਸਤੇ ਜਿਹੜਾ ਹੈਗਾ, ਜੇ ਕੋਈ ਗਿਆਨਵੰਤ ਹੈਗਾ ਤੇ ਤਤ ਵਸਤੂ ਚਾਹੀਦੀ ਹੈ ਭਾਈ। ਤਤ ਹੈ ਪਰਮਾਤਮਾ, ਤਤ ਹੈ ਭਗਤੀ। ਜਾ ਕੇ ਜੀ ਜੈਸੀ ਬੁੱਧ ਹੋਈ, ਕਹਿ ਕਬੀਰਾ ਜਾਣੇਗਾ ਸੋਈ। ਕਹਿੰਦੇ ਭਾਈ ਹਾਂਜੀ, ਕਹਿ ਕਬੀਰ ਜਾਣੇਗਾ ਸੋਈ। ਜਾ ਕੇ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। ਕਬੀਰ ਜੀ ਕਹਿੰਦੇ ਭਾਈ ਹੁਣ ਜਿਹਦੀ ਬੁੱਧੀ ਜਿਹੀ ਜੀ ਹੋਊਗੀ, ਜੇ ਉਹਨੇ ਅਸਲੀ ਵਾਲੇ ਰਸਤੇ 'ਤੇ ਜਿਹੜੀ ਇੱਛਾ ਹੋਏਗੀ ਤੇ ਜਾਣ ਲਏਗਾ, ਨਹੀਂ ਤਾਂ ਭਾਈ ਇਗਨੋਰ ਕਰ ਦੇਗਾ। ਇੱਧਰੋਂ ਗਿਆ, ਹਵਾ ਆਈ ਤੇ ਉੱਧਰ ਚਲੀ ਗਈ। ਜਾ ਕੇ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। ਇਹ ਜੀ ਕਬੀਰ ਜੀ ਨੇ ਦੇਖੋ ਸੇਮ ਚੀਜ਼ ਜਿਹੜੀ ਹੈਗੀ, ਪੂਰੀ ਦੀ ਪੂਰੀ ਯਾਤਰਾ ਉਹਨਾਂ ਨੇ ਕਬੀਰ ਜੀ ਨੇ ਦੱਸੀ ਹੈ। ਹੁਣ ਜਿਹੜਾ ਹੈਗਾ ਆਪਾਂ ਪਹਿਲੀ ਪਾਤਸ਼ਾਹੀ ਜਿਹੜੀ ਹੈਗੀ ਆ ਉਹਨਾਂ ਹਾਂਜੀ, ਕਬੀਰ ਜੀ ਸਮਕਾਲੀ ਹੋਏ ਨੇ ਜੀ ਗੁਰੂ ਨਾਨਕ ਦੇਵ ਜੀ ਦੇ। ਹਾਂਜੀ, ਕਬੀਰ ਜੀ ਬਿਲਕੁਲ ਬਜ਼ੁਰਗ ਸੀਗੇ, 100 ਸਾਲ ਤੋਂ ਉੱਪਰ ਸੀ, 110 ਤੋਂ ਵੀ ਉੱਪਰ ਸੀ। ਜਦ ਗੁਰੂ ਨਾਨਕ ਦੇਵ ਜੀ ਚੜ੍ਹਦੀ ਜਵਾਨੀ 'ਚ ਸੀਗੇ, ਬਨਾਰਸ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਉਹਨਾਂ ਦੀ। ਹਾਂਜੀ, ਅੱਛਾ ਜੀ, ਅੱਛਾ। ਬਿਲਕੁਲ ਬਾਣੀ ਨਾ ਮਿਲਦੀ ਜੁਲਦੀ ਗੁਰੂ ਨਾਨਕ ਦੇਵ ਜੀ ਨਾਲ, ਬਿਲਕੁਲ। ਬਸ ਦੇਖ ਲਓ ਗੁਰਮੁਖੀ ਕਿੱਥੋਂ ਆ ਗਈ ਕਬੀਰ ਜੀ ਨੂੰ, ਦੇਖੋ ਕਿਸ ਤਰ੍ਹਾਂ, ਬਿਲਕੁਲ ਕਮਾਲ ਹੀ ਕੀਤੀ ਪਈ ਆ ਜੀ, ਕਮਾਲ। ਹਾਂਜੀ ਹਾਂਜੀ। ਤੇ ਆਪਾਂ ਜਿਹੜੇ ਹੈਗੇ ਉਹ ਹੈਗਾ ਜਿਹੜੀ ਹੈਗੀ ਇਹ ਦੱਖਣੀ ਨਹੀਂ, ਆਪਣੀ ਜਿਹੜੀ ਹੈਗੀ ਸਿੱਧ ਗੋਸ਼ਟ ਦੀ ਬਾਣੀ ਹੈਗੀ। ਇਹ ਅੰਗ ਜਿਹੜੇ ਹੈਗੇ 942 ਅੰਗ ਦੇ ਉੱਤੇ ਹੈਗੇ ਜੀ। 942 ਤੋਂ ਸ਼ੁਰੂ ਕਰਾਂਗੇ ਆਪਾਂ, ਤੇ ਕਵਨ ਮੂਲ ਕਵਨ ਮਤ ਵੇਲਾ ਇੱਥੋਂ ਸ਼ੁਰੂ ਕਰਾਂਗੇ ਜੀ। 43 ਨੰਬਰ ਜਿਹੜਾ ਹੈਗਾ, ਇਹਦੇ ਨੰਬਰਿੰਗ ਪਾਈ ਹੋਈ ਆ, 43 ਨੰਬਰ ਲਵਾਂਗੇ ਆਪਾਂ। 43 ਤੋਂ ਪਤਾ ਨਹੀਂ 54 ਹੈਗੇ, ਇੰਨੇ ਕੁ ਤੱਕ ਆਪਾਂ ਲਵਾਂਗੇ। ਔਰ ਗੁਰੂ ਨਾਨਕ ਸਾਹਿਬ ਤੋਂ ਜਿਹੜੇ ਹੈਗੇ ਸਿੱਧ ਗੋਸ਼ਟ ਹੋਈ ਹੈ, ਕਿਉਂਕਿ ਸਿੱਧ ਜਿਹੜੇ ਸੀ ਕਾਫੀ ਖੁੰਡ ਸੀਗੇ, ਕਿੰਨੇ ਉਹਨਾਂ ਨੇ ਉਮਰਾਂ ਵਧਾਈਆਂ ਹੋਈਆਂ ਸੀ ਆਪਣੀਆਂ। ਔਰ ਜਿਹੜੇ ਹੈਗੇ ਆ ਉਹ ਯੋਗ ਸਾਧਨਾ ਵਗੈਰਾ ਜਿਹੜੇ ਹੈਗੇ, ਪ੍ਰਾਣ ਚੜਾਉਣੇ ਉੱਪਰ ਜਿਹੜੇ ਹੈਗੇ, ਹਵਾ ਸਵਾਸ ਰੋਕਣੇ, ਅਤੇ ਉਹ ਵੀ ਕਾਫੀ ਅਵਸਥਾ ਸੀਗੀ ਉਹਨਾਂ ਦੀ। ਪਰ ਜਿਹੜਾ ਹੈਗਾ ਜਿਹੜੀ ਸੁੰਨ ਦੇ ਵਿੱਚ ਜਿਹੜੀ ਹੈ, ਸੁਰਤ ਸਮਾਨੀ ਸੁੰਨ ਮੈਂ ਤਾਂ ਕੋ ਕਾਲ ਨਾ ਖਾਏ, ਇਹ ਚੀਜ਼ ਨਹੀਂ ਆ ਰਹੀ ਸੀਗੀ। ਅਤੇ ਗੁਰੂ ਨਾਨਕ ਸਾਹਿਬ ਦੇ ਨਾਲ ਉਹਨਾਂ ਦੀ ਗੋਸ਼ਟੀ ਹੋਈ। ਗੁਰੂ ਨਾਨਕ ਸਾਹਿਬ ਚੜ੍ਹਦੀ ਜਵਾਨੀ ਸੀਗੇ, ਔਰ ਗੁਰੂ ਨਾਨਕ ਸਾਹਿਬ ਜਿਹੜੇ ਸਿੱਧਾਂ ਵਾਲੇ ਕੱਪੜੇ ਪਾ ਕੇ ਤਾਂ ਹੀ ਗਏ ਸੀ, ਨਹੀਂ ਤਾਂ ਉਹ ਇੰਟਰਟੇਨ ਹੀ ਨਹੀਂ ਕਰਦੇ ਸੀਗੇ। ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਆ, ਦੇਖੋ ਉਹਦੇ ਵਿੱਚ ਜਿਹੜਾ ਹੈਗਾ ਮੁਸਲਮਾਨਾਂ ਦੇ ਉਹਦੇ 'ਚ ਜਿਹੜੇ ਹੈਗੇ ਜਦ ਗਏ ਆ ਮੱਕਾ ਮਦੀਨਾ, ਜਿਹੜਾ ਜਿੱਥੇ ਉਹਨਾਂ ਦੇ ਨਾਲ ਜਿਹੜੀ ਵਾਰਤਾਲਾਪ ਹੋਈ ਆ ਉਹਨਾਂ ਦੀ, ਅਤੇ ਉਹ ਵੀ ਜਿਹੜੇ ਹੈਗੇ ਉਹ ਉਹਨਾਂ ਦੇ ਹੀ ਜਿਹੜੇ ਹੈਗੇ, ਉਹਨਾਂ ਦੀ ਡਰੈਸ ਕੋਡ ਸਾਰਾ ਕੁਛ ਉਹਨਾਂ ਦੇ ਹਿਸਾਬ ਦੇ ਨਾਲ ਕਰਕੇ ਗਏ। ਨਹੀਂ ਤਾਂ ਅਗਲੇ ਤਾਂ ਕਹਿੰਦੇ ਆ ਇਹ ਤਾਂ ਕਾਫਰ ਹੈਗਾ। ਅਤੇ ਇੱਥੇ ਜਿਹੜਾ ਹੈਗਾ ਸਿੱਧਾਂ ਦਾ ਕੁਐਸਚਨ ਹੈ, ਸ਼ੁਰੂ ਹੋ ਰਿਹਾ। ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।
ਕੁਐਸਚਨ ਸਿੱਧਾਂ ਦਾ ਕੁਐਸਚਨ ਹੈ ਗੁਰੂ ਨਾਨਕ ਸਾਹਿਬ ਨੂੰ ਵੀ ਤੇਰਾ ਮੂਲ ਕੀ ਹੈਗਾ ਭਾਈ, ਤੇਰੇ ਕੋਲ ਮੂਲ ਕੀ ਹੈਗਾ। ਕਵਣ ਮਤ ਵੇਲਾ, ਕਿਹੜਾ ਆਹ ਵੇਲਾ ਹੈ ਜਿਹੜਾ ਆਹ ਵੇਲਾ ਕਿਹੜੀ ਮੱਤ ਲੈਣ ਦਾ ਵੇਲਾ ਹੈਗਾ। ਕਵਣ ਮਤ ਵੇਲਾ, ਕਿਹੜੀ ਮੱਤ ਲੈਣੀ ਚਾਹੀਦੀ ਹੈ। ਆਹ ਸਮਾਂ ਕਿ ਕਾਹਦੇ ਵਾਸਤੇ ਹੈਗਾ ਮੈਨੂੰ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਪਹਿਲਾਂ ਤਾਂ ਇਹ ਦੱਸ ਭਾਈ ਬਾਲਿਆ ਵੀ ਤੇਰਾ ਗੁਰੂ ਕਿਹੜਾ ਹੈਗਾ ਜਿਹਦਾ ਤੂੰ ਚੇਲਾ ਹੈਗਾ। ਇੰਨਾ ਗਿਆਨ ਤੈਨੂੰ ਆ ਗਿਆ। ਆ ਦੇਖੋ ਇਸ ਜਗ੍ਹਾ 'ਤੇ ਆ ਕੇ ਸਿੱਧ ਪੂਰੀ ਤਰ੍ਹਾਂ ਜਿਹੜੇ ਨਤਮਸਤਕ ਹੋ ਗਏ ਸੀ ਗੁਰੂ ਨਾਨਕ ਦੇਵ ਜੀ ਦੇ। ਸ਼ੁਰੂ ਤੋਂ ਦੇਖੋ ਕੀ ਕਰ ਰਹੇ ਸੀ, ਆਖਰੀ ਦੇ ਵਿੱਚ ਜਿਹੜੇ ਹੈਗੇ ਇਸ ਜਗ੍ਹਾ 'ਤੇ ਆ ਕੇ ਪੂਰਾ ਉਹਨਾਂ ਨੂੰ ਪਤਾ ਲੱਗ ਗਿਆ ਭਾਈ ਇਹ ਬਾਲਾ ਜਿਹੜਾ ਹੈਗਾ ਇਹ ਤਾਂ ਪੂਰਾ ਜਿਹੜਾ ਹੈ ਗੁਰੂ ਘੰਟਾਲ ਹੈਗਾ, ਇਹ ਤਾਂ ਗਿਆਨ ਦਾ ਭੰਡਾਰ ਹੈਗਾ। ਕਵਣ ਗੁਰੂ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਕਵਣ ਕਥਾ ਲੈ ਰਹੋ ਨਿਰਾਲੇ, ਤੇਰੇ ਕੋਲ ਕਿਹੜੀ ਕਥਾ ਹੈਗੀ ਭਾਈ, ਕਿਹੜਾ ਗਿਆਨ ਹੈਗਾ, ਤੂੰ ਕੀ ਪ੍ਰੈਕਟੀਕਲ ਕਰਕੇ ਨਿਰਾਲਾ ਹੋ ਗਿਆ ਹੈ। ਤੂੰ ਦੱਸ ਤਾਂ ਸਹੀ ਸਾਨੂੰ ਕਿਵੇਂ ਤੂੰ ਜਿਹੜਾ ਹੈਗਾ ਮਾਇਆ ਨੂੰ, ਸੰਸਾਰ ਨੂੰ ਜਿਹੜਾ ਹੈਗਾ, ਸੰਸਾਰ ਤੋਂ ਆਪਣੇ ਆਪ ਨੂੰ ਜਿਹੜਾ ਖਿੱਚ ਲਿਆ, ਸੰਸਾਰ ਦੇ ਵਿੱਚ ਹੀ ਰਹਿ ਕੇ। ਬੋਲੇ ਨਾਨਕ ਸੁਣੋ ਤੁਮ ਬਾਲੇ, ਇਹ ਬਾਲਿਆ ਦੱਸ ਸਾਨੂੰ। ਗੁਰੂ ਨਾਨਕ ਜੀ ਕਹਿ ਰਹੇ ਇਸ ਤਰ੍ਹਾਂ ਸਿੱਧਾ ਨੇ ਕੁਐਸਚਨ ਕੀਤਾ, ਬੋਲ ਭਾਈ ਆ ਗਿਆਨ ਦੇ ਸਾਨੂੰ। ਇਸ ਕਥਾ ਕਾ ਦੇ ਵਿਚਾਰ ਭਵਜਲ ਸ਼ਬਦ ਸ਼ਬਦੇ ਲੰਘਾਵਣਹਾਰ। ਇਹ ਵੀ ਇਹ ਕਥਾ ਦਾ ਸਾਨੂੰ ਇਹ ਐਕਸਪਲੇਨੇਸ਼ਨ ਦੱਸੋ, ਆਹ ਵਿਚਾਰ ਦੇ ਇਸ ਕਥਾ ਦਾ। ਤੁਸੀਂ ਕਹਿ ਰਹੇ ਹੋ ਸ਼ਬਦ ਦੇ ਦੁਆਰਾ ਜਿਹੜਾ ਭਵਜਲ ਸੰਸਾਰ ਲੰਘਿਆ ਜਾਊਗਾ, ਸ਼ਬਦ ਨੂੰ ਪ੍ਰਗਟ ਕਰਨਾ ਪਊਗਾ। ਇਹ ਤਾਂ ਸਮਝ ਨਹੀਂ ਆ ਰਿਹਾ ਸਾਨੂੰ। ਇਹ ਗੱਲ ਇਹਨੂੰ ਵੀ ਸਮਝਾਓ ਸਾਨੂੰ ਵੀ ਸ਼ਬਦ ਦੇ ਦੁਆਰਾ ਕਿਵੇਂ ਭਵਜਲ ਲੰਘਿਆ ਜਾਊਗਾ, ਅਤੇ ਤੁਹਾਡਾ ਗੁਰੂ ਕੌਣ ਹੈਗਾ ਇਹ ਵੀ ਦੱਸੋ। ਪਵਨ ਆਰੰਭ ਸਤਿਗੁਰ ਮਤ ਵੇਲਾ, ਕਹਿੰਦੇ ਪਿਆਰਿਆ ਮੂਲ ਹੈਗਾ ਪਵਨ, ਪ੍ਰਾਣ ਸ਼ਕਤੀ। ਜਦ ਤੱਕ ਸਰੀਰ ਹੈਗਾ ਪ੍ਰਾਣ ਸ਼ਕਤੀ ਹੈਗੀ, ਇਹ ਮੂਲ ਹੈਗਾ ਤੇਰੇ ਕੋਲ। ਇਹਦੇ ਨਾਲ ਆਰੰਭ ਕਰਨੀ ਹੈ ਯਾਤਰਾ। ਇਹ ਪ੍ਰਾਣ ਸ਼ਕਤੀ ਜਾਇਆ ਹੋ ਰਹੀ ਹੈ ਤੇਰੀ ਗਿਆਨ ਇੰਦਰੀਆਂ ਦੇ ਥਰੂ, ਕਰਮ ਇੰਦਰੀਆਂ ਦੇ ਥਰੂ। ਪ੍ਰਾਣ ਸ਼ਕਤੀ ਸੰਸਾਰ ਦੇ ਭੋਗ ਵਿਲਾਸਾਂ ਦੇ ਵਿੱਚ ਜਾਇਆ ਹੋ ਰਹੀ ਹੈ। ਇੱਥੋਂ ਇਸੇ ਸ਼ਕਤੀ ਨੂੰ ਸਾਂਭਣਾ ਹੈ, ਇੱਥੋਂ ਹੀ ਸ਼ੁਰੂ ਕਰਨੀ ਹੈ ਯਾਤਰਾ। ਪਵਨ ਆਰੰਭ ਸਤਿਗੁਰ ਮਤ ਵੇਲਾ, ਸਤਿਗੁਰੂ ਦੀ ਮੱਤ ਲੈ। ਆਹ ਵੇਲਾ ਹੈ ਸਤਿਗੁਰੂ ਦੀ ਮੱਤ ਲੈਣ ਦਾ, ਬ੍ਰਹਮ ਗਿਆਨੀਆਂ ਦੀ ਮੱਤ ਲੈ। ਕਿਸ ਤਰੀਕੇ ਦੇ ਨਾਲ ਮੈਂ ਯਾਤਰਾ ਕਰਨੀ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਆ ਮੇਰਾ ਗੁਰੂ ਪਾਏ। ਤੂੰ ਵੀ ਸ਼ਬਦ ਗੁਰੂ ਨੂੰ ਪ੍ਰਗਟ ਕਰ ਲਾ, ਅੰਦਰ ਤੇਰੇ ਪ੍ਰਗਟ ਹੋ ਜਾਣਾ ਸ਼ਬਦ। ਉਹ ਧੁਨ, ਉਹ ਅਨਹਦ ਸ਼ਬਦ ਜਿਹੜਾ ਜਾਪ ਮਰੇ, ਅਜੱਪਾ ਮਰੇ, ਅਨਹਦ ਵੀ ਮਰ ਜਾਏ। ਕਹਿੰਦੇ ਅਨਹਦ ਪ੍ਰਗਟ ਕਰ, ਉੱਥੇ ਤੱਕ ਜਾ। ਉਹ ਆ ਗੁਰੂ, ਉਹਨੇ ਲੈ ਕੇ ਜਾਣਾ ਹੈ ਤੈਨੂੰ। ਔਰ ਜਿਹੜਾ ਪਹਿਲਾਂ ਜਾਪ ਆ ਉਹ ਵੀ ਗੁਰੂ ਹੈਗਾ ਪਾਏ, ਅਜੱਪਾ ਵੀ ਗੁਰੂ ਹੈ। ਅੰਦਰ ਆਟੋਮੈਟਿਕਲੀ ਹੋ ਜਾਂਦਾ ਸ਼ੁਰੂ, ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਸ਼ਬਦ ਗੁਰੂ ਸੁਰਤ, ਉਹ ਵੀ ਸ਼ਬਦ ਹੈਗੇ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੁਰਤ ਨੂੰ ਚੇਲਾ ਬਣਾ। ਸੁਰਤ ਜਿਹੜੀ ਹੈਗੀ ਤੇਰੀ ਸੁਰਤ ਆ ਮੇਨ। ਮਨ ਸੁਰਤ ਦੇ ਪਿੱਛੇ ਜਾਂਦਾ ਹੈ, ਜਿੱਥੇ ਸੁਰਤ ਉੱਥੇ ਮਨ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਕਥ ਕਥਾ ਲੈ ਰਹੋ ਨਿਰਾਲਾ। ਕਹਿੰਦੇ ਅਕਥ ਕਥਾ, ਆਹੀ ਅਕਥ ਕਥਾ ਹੈ ਭਾਈ, ਕਥੀ ਨਹੀਂ ਜਾ ਸਕਦੀ। ਕਹਿੰਦੇ ਮੈਂ ਬੋਲ ਨਹੀਂ ਸਕਦਾ ਇਸ ਚੀਜ਼ ਨੂੰ, ਇਹ ਪ੍ਰੈਕਟੀਕਲ ਹੈਗਾ ਭਾਈ, ਇਹ ਅਕਥ ਕਥਾ ਹੈ, ਇਹ ਕਥੀ ਨਹੀਂ ਜਾ ਸਕਦੀ। ਨੋ ਵਰਡਸ ਫॉर ਦਿਸ। ਅਕਥ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਕਹਿੰਦੇ ਜੁਗ ਜੁਗ ਤੱਕ ਉਹ ਮਾਲਕ ਪਰਮਾਤਮਾ, ਉਹ ਗੋਪਾਲ, ਉਹ ਗੁਰੂ, ਸਾਰਿਆਂ ਦਾ ਗੁਰੂ, ਉਹ ਮਾਲਕ ਪਰਮਾਤਮਾ ਹੈਗਾ। ਏਕ ਸ਼ਬਦ ਜਿਤ ਕਥਾ ਵਿਚਾਰੀ, ਇੱਕੋ ਹੀ ਸ਼ਬਦ ਹੈ ਪਾਏ ਜਿਹਦੇ ਨਾਲ ਇਹ ਪ੍ਰੈਕਟੀਕਲ ਕੀਤਾ ਜਾ ਸਕਦਾ ਹੈ, ਇਹ ਕਥਾ ਨੂੰ ਵਿਚਾਰਿਆ ਜਾ ਸਕਦਾ ਹੈ ਕਿ ਗੁਰਮੁਖ ਹਉਮੈ ਅਗਨ ਨਿਵਾਰੀ। ਗੁਰੂ ਦੇ ਦੁਆਰਾ, ਗੁਰਮੁਖ ਸਿਸਟਮ, ਗੁਰੂ ਦੇ ਗਿਆਨ, ਬ੍ਰਹਮ ਗਿਆਨ ਦੇ ਦੁਆਰਾ ਇਹ ਹਉਮੈ ਦੀ ਅੱਗ ਜਿਹੜੀ ਹੈਗੀ ਗੁਰੂ ਦੇ ਸਨਮੁਖ ਹੋਣ ਦੇ ਨਾਲ, ਗੁਰੂ ਵੱਲ ਨੂੰ ਮੁੱਖ, ਗੁਰੂ ਜੋ ਕਹਿ ਰਿਹਾ ਉਹ ਗੱਲ ਕਾਰਵਾਈ ਕਰਨ ਦੇ ਨਾਲ ਇਹ ਹਉਮੈ ਦੀ ਅੱਗ ਜਿਹੜੀ ਹੈ ਦੂਰ ਹੋ ਸਕਦੀ ਹੈ, ਨਹੀਂ ਤਾਂ ਨਹੀਂ ਹੋ ਸਕਦੀ। ਹਉਮੈ ਹੈਗੀ ਤੇ ਮਾਲਕ ਦੇ ਨਾਲ ਮਰਜ ਨਹੀਂ ਹੋ ਸਕਦੀ। ਇਹ ਅਕਥ ਕਥਾ ਨਹੀਂ ਕਥੀ ਜਾ ਸਕਦੀ। ਅੱਗੇ ਕੁਐਸਚਨ ਆ ਗਿਆ, ਦੇਖੋ ਜਵਾਬ ਹੋ ਗਏ ਉਹਨਾਂ ਦੇ। ਹੁਣ ਅੱਗੇ ਕੁਐਸਚਨ ਹੋਰ ਕਰਤਾ ਉਹਨਾਂ ਨੇ, ਤਗੜਾ ਕੁਐਸਚਨ। ਮੈਣ ਕੇ ਦੰਤ ਕਿਉਂ ਖਾਈਏ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ। ਕਹਿੰਦੇ ਭਾਈ
ਸਾਡੇ ਕੋਲ ਕਿੱਥੇ, ਸਾਡੇ ਕੋਲ ਤਾਂ ਆ ਜਿਹੜਾ ਹੈਗਾ ਇੱਕ ਪੰਜ ਭੂਤਕ ਸਰੀਰ ਹੈਗਾ। ਔਰ ਜਿਹੜਾ ਹੈਗਾ ਇਹ ਤਾਂ ਸੰਸਾਰ ਇੰਨਾ ਮਨ ਜਿਹੜਾ ਹੈਗਾ, ਮਨ ਤਾਂ ਇੰਨਾ ਪਾਵਰਫੁਲ ਹੈਗਾ। ਇਹ ਤਾਂ ਪਤੰਦਰ ਕੋਈ ਕਿਸੇ ਗੱਲ ਤੋਂ ਆਉਂਦਾ ਹੀ ਨਹੀਂ ਹੈ। ਇਹ ਤਾਂ ਕਹਿੰਦਾ ਮੈਨੂੰ ਤਾਂ ਸਵਾਦ ਚਾਹੀਦੇ, ਆ ਵੀ ਚਾਹੀਦਾ, ਉਹ ਵੀ ਚਾਹੀਦਾ। ਕਹਿੰਦੇ ਇਹ ਤਾਂ ਉਹ ਹੋ ਗਿਆ ਵੀ ਮੋਮ ਦੇ ਦੰਦ ਹੋਣ ਤੇ ਲੋਹਾ ਚੱਬਣ ਵਾਲੀ ਗੱਲ ਆ। ਕਿਵੇਂ ਛੱਡਦੀ ਹੈ ਅਸੀਂ ਜਿਹੜਾ ਹੈਗਾ ਮਨ ਤੇ ਕਿਵੇਂ ਕੰਟਰੋਲ ਕਰੀਏ? ਮਨ ਤਾਂ ਕੰਟਰੋਲ ਹੋ ਹੀ ਨਹੀਂ ਰਿਹਾ। ਮੈਣ ਕੇ ਦੰਦ ਕਿਉਂ ਖਾਈਏ ਸਾਰ? ਕਹਿੰਦੇ ਮੋਮ ਦੇ ਦੰਦਾਂ ਨੇ ਲੋਹਾ ਕਿਵੇਂ ਚੱਬਿਆ ਜਾਏਗਾ ਭਾਈ? ਇਹ ਤਾਂ ਇੰਪੋਸੀਬਲ ਵਾਲੀ ਗੱਲ ਹੈ ਤੁਹਾਡੀ। ਮੈਣ ਕੇ ਦੰਤ ਕਿਉਂ ਖਾਈਏ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ। ਮੇਰਾ ਹੰਕਾਰ ਹੀ ਨਹੀਂ ਜਾਂਦਾ, ਮੈਂ ਕੀ ਕਰਾਂ? ਕਿਹੜਾ ਆਹਾਰ ਲਵਾਂ? ਕੀ ਕਾਰਵਾਈ ਕਰਾਂ ਕਿ ਮੇਰਾ ਹੰਕਾਰ ਚਲੇ ਜਾਏ, ਮੇਰੀ ਹਉਮੈ ਚਲੀ ਜਾਏ? ਹਿਵੈ ਕਾ ਘਰ ਮੰਦਰ ਅਗਨ ਪਿਰਾਹਨ। ਕਹਿੰਦੇ ਕਮਾਲ ਹੈ, ਸਾਡਾ ਤਾਂ ਜਿਹੜਾ ਹੈਗਾ ਜਿਹੜਾ ਹੈਗਾ ਬਰਫ਼ ਦਾ ਘਰ ਹੈਗਾ। ਬਰਫ਼ ਦੇ ਘਰ ਦੇ ਉੱਤੇ ਕੱਪੜਾ ਪਾਇਆ ਹੋਇਆ ਜਿਹੜਾ ਹੈਗਾ, ਚੋਲਾ ਸਾਡਾ ਜਿਹੜਾ ਹੈਗਾ ਉਹ ਤ੍ਰਿਸ਼ਨਾ ਦਾ ਚੋਲਾ ਹੈਗਾ ਸਰੀਰ ਦੇ ਉੱਤੇ। ਆ ਸਰੀਰ ਜਿਹੜਾ ਹੈਗਾ ਬਰਫ਼ ਦਾ ਖਤਮ ਹੋਣ ਵਾਲਾ ਸਰੀਰ ਹੈਗਾ, ਇਹਦੇ ਉੱਤੇ ਚੋਲਾ ਪਾਇਆ ਹੋਇਆ ਅਸੀਂ ਤ੍ਰਿਸ਼ਨਾ ਦਾ। ਆ ਵੀ ਚਾਹੀਦਾ 4 ਸਵੇਰੇ 24/7 ਤ੍ਰਿਸ਼ਨਾ ਲੱਗੀ ਹੋਈ ਹੈ। ਕਿਵੇਂ ਜਿਹੜਾ ਹੈਗਾ ਕਿਵੇਂ ਯਾਤਰਾ ਹੋਏਗੀ? ਹਿਵੇ ਕਾ ਘਰ ਮੰਦਰ ਅਗਨ ਪਿਰਾਹਨ। ਕਹਿੰਦੇ ਘਰ ਮੰਦਰ ਜਿਹੜਾ ਹੈਗਾ ਬਰਫ਼ ਦਾ ਹੈਗਾ। ਔਰ ਕੱਪੜਾ ਜਿਹੜਾ ਚੋਲਾ ਪਾਇਆ, ਚੋਲਾ ਜਿਹੜਾ ਪਾਉਣਾ ਉਹਦੇ ਉੱਤੇ, ਜਿਹੜਾ ਸਰੀਰ ਦੇ ਉੱਤੇ ਚੋਲਾ ਜਿਹੜਾ ਹੈਗਾ ਉਹ ਕਾਹਦਾ ਹੈਗਾ? ਉਹ ਅੱਗ ਦਾ, ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ। ਕਵਨ ਗੁਫਾ ਜਿਤ ਰਹੇ ਆਵਾਹਨ। ਦੱਸੋ ਕਿਹੜੀ ਗੁਫਾ ਦੇ ਵਿੱਚ ਜਾ ਕੇ ਜਿਹੜਾ ਹੈਗਾ ਇਹ ਮਨ ਜਿਹੜਾ ਹੈਗਾ ਪਤੰਦਰ ਵਸ 'ਚ ਆ ਜਾਏ, ਟਿਕ ਜਾਏ ਇਹ ਜਿਹੜਾ ਹੈਗਾ ਸਵਾਦ ਪਦਾਰਥਾਂ ਤੋਂ। ਇਹ ਤੁਤ ਕਿਸ ਕੋ ਜਾਣ ਸਮਾਵੈ। ਕਹਿੰਦੇ ਇੱਥੇ ਤੇ ਉੱਥੇ ਕਿਹਨੂੰ ਜਾਣ ਕੇ ਜਿਹੜਾ ਹੈਗਾ ਸਮਾਈ ਕਰੇ, ਕਿਸ ਤਰੀਕੇ ਦੇ ਨਾਲ ਯਾਤਰਾ ਕਰੇ। ਕਵਨ ਧਿਆਨ ਮਨੈ ਸਮਾਵੇ। ਕਿਹੜਾ ਧਿਆਨ ਕਰਨਾ ਹੈ ਕਿ ਮਨ ਜਿਹੜਾ ਹੈਗਾ ਮਨ ਦੇ ਵਿੱਚ ਹੀ ਸਮਾ ਜਾਏ, ਇਹ ਸੁਰਤ ਜਿਹੜੀ ਮਨ ਦੇ ਵਿੱਚੋਂ ਦੀ ਲੰਘ ਜਾਏ, ਮਨ ਕਾਰਨ ਸ਼ਰੀਰ ਜਿਹੜਾ ਹੈਗਾ ਨਸ਼ਟ ਹੋ ਜਾਏ। ਕਵਨ ਧਿਆਨ, ਕਿਹੜਾ ਧਿਆਨ ਹੈਗਾ? ਮਨੈ ਸਮਾਵੇ। ਆ ਜਵਾਬ ਆ ਰਿਹਾ ਜੀ ਅੱਗੇ। ਹੋਂ ਮੈਂ ਵਿੱਚੋਂ ਖੋਵੈ। ਕਹਿੰਦੇ ਬਸ ਹੋਂ ਮੈਂ ਜਿਹੜੀ ਹੈਗੀ ਖੋ ਦੇ ਪਾਏ। ਆਪਣੇ ਆਪ ਨੂੰ ਜ਼ੀਰੋ ਕਰ ਲਾ ਔਰ ਗੁਰੂ ਨੂੰ ਪ੍ਰਦਾਨ ਕਰ ਲਾ। ਗੁਰੂ ਦੀ ਮੱਤ ਲੈ ਲਾ, ਗੁਰੂ ਦੀ ਮੱਤ ਆ, ਗੁਰੂ ਦਾ ਗਿਆਨ ਹੈ, ਇਹਨੂੰ ਪ੍ਰਦਾਨ ਕਰ ਲਾ। ਉਹ ਮਾਲਕ ਪਰਮਾਤਮਾ ਤੇਰੇ ਅੰਦਰ ਬਾਹਰ ਹਰ ਜਗ੍ਹਾ 'ਤੇ ਮਾਲਕ ਪਰਮਾਤਮਾ ਹੈ। ਉਹਦਾ ਐਗਜ਼ਿਸਟੈਂਸ ਦੇਖ, ਦੂਜਾ ਕੋਈ ਨਹੀਂ ਹੈਗਾ, ਇੱਕੋ ਹੀ ਮਾਲਕ ਪਰਮਾਤਮਾ ਹੈਗਾ। ਇੱਥੋਂ ਸ਼ੁਰੂ ਕਰ ਯਾਤਰਾ। ਆਹ ਗੱਲ ਨੂੰ ਆਪਣੇ ਪੱਲੇ ਵਸਾ। ਹੋਂ ਮੈਂ ਵਿੱਚੋਂ ਖੋਵੈ, ਦੂਜਾ ਮੇਟੇ ਇੱਕੋ ਹੋਵੈ। ਤਾਂ ਜਿਹੜਾ ਇੱਕ ਹੋ ਜਾਏਗਾ, ਤਾਂ ਡੁਐਲਿਟੀ ਜਾਏਗੀ। ਜਗ ਕਰੜਾ ਮਨ ਮੁ ਗਵਾਰ। ਕਹਿੰਦੇ ਜਗ ਬਹੁਤ ਔਖਾ ਹੈ ਛੱਡਣਾ ਪਾਏ। ਬਿਲਕੁਲ ਸਹੀ ਗੱਲ ਆ। ਜਗ ਕਰੜਾ, ਕਹਿੰਦੇ ਮਹਾਰਾਜ ਕਹਿੰਦੇ ਮੈਂ ਮੰਨਦਾ ਹਾਂ ਬਈ ਇਹ ਜਿਹੜਾ ਹੈਗਾ ਮੋਮ ਦੇ ਦੰਦਾਂ ਦੇ ਨਾਲ ਲੋਹਾ ਚੱਬਣ ਵਾਲੀ ਗੱਲ ਹੈਗੀ, ਤੁਹਾਡੀ ਬਿਲਕੁਲ ਸਹੀ ਗੱਲ ਆ। ਜਗ ਕਰੜਾ ਮਨ ਮੁ ਗਵਾਰ। ਕਹਿੰਦੇ ਮਨ ਦੇ ਪਿੱਛੇ ਹੈਗਾ ਤੇ ਗਵਾਰ ਹੈਗਾ, ਨਹੀਂ ਪਤਾ ਕਿਵੇਂ ਖਾਣਾ ਹੈ, ਕਿਵੇਂ ਲੋਹਾ ਚੱਬਣਾ ਹੈ ਇਹ ਮੋਮ ਦੇ ਦੰਦਾਂ ਦੇ ਨਾਲ। ਜਗ ਕਰੜਾ ਮਨ ਮੁ ਗਵਾਰ, ਮਨਮੁਖ ਰਹੇਗਾ ਤੇ ਗਵਾਰ ਰਹੇਗਾ, ਨਹੀਂ ਪਤਾ ਲੱਗੇਗਾ। ਤੂੰ ਗੁਰਮੁਖ ਹੋਣਾ ਪਊਗਾ, ਗੁਰੂ ਦੀ ਗੱਲ ਮੰਨਣੀ ਪਊਗੀ, ਗਿਆਨ ਲੈਣਾ ਪਊਗਾ। ਜਗ ਕਰੜਾ ਮਨ ਮੁ ਗਵਾਰ, ਸ਼ਬਦ ਕਮਾਈਏ ਖਾਈਏ ਸਾਰ। ਕਹਿੰਦੇ ਸ਼ਬਦ ਦੀ ਕਮਾਈ ਕਰ ਲਾ ਪਿਆਰਿਆ, ਤਾਂ ਜਿਹੜਾ ਹੈਗਾ ਲੋਹਾ ਚੱਪ ਸਕਦਾ। ਸ਼ਬਦ ਦੀ ਕਮਾਈ ਕਰਨੀ ਪੈਣੀ ਹੈ, ਸ਼ਬਦ ਪ੍ਰਗਟ ਕਰਨਾ ਪੈਣਾ ਹੈ, ਐਕਸ਼ਨ ਕਰਨੀ ਪੈਣੀ ਹੈ ਪਿਆਰਿਆ, ਸਵਾਸ ਦੇਣੇ ਪੈਣੇ ਆ, ਪ੍ਰਾਣ ਸ਼ਕਤੀ ਉੱਪਰ ਲੈ ਕੇ ਜਾਣੀ ਪੈਣੀ, ਧਿਆਨ ਸਿਮਰਨ ਕਰਨਾ ਪੈਣਾ, ਸੁਣ ਦੇ ਵਿੱਚ ਬੈਠਣਾ ਪੈਣਾ, ਵਿਚਾਰਾਂ ਦੇ ਉੱਤੇ ਰੋਕ ਪਾਉਣੀ ਪੈਣੀ, ਵਿਚਾਰਾਂ ਨੂੰ ਦੇਖਣਾ ਪੈਣਾ। ਅੰਤਰ ਬਾਹਰ ਇੱਕ ਹੋ ਜਾਣਾ। ਦੇਖ ਲਾ ਅੰਦਰ ਤੇ ਬਾਹਰ ਹਰ ਜਗ੍ਹਾ ਤੇ ਇੱਕ ਮਾਲਕ ਪਰਮਾਤਮਾ ਨੂੰ ਜਾਣ ਲਾ, ਉਹਦੀ ਹੈਲਪ ਲੈ ਲਾ ਭਾਈ। ਕਹਿ ਬਾਪੂ ਨਹੀਂ ਮੇਰੇ ਕੋਲੋਂ ਤੁਰਿਆ ਜਾਂਦਾ, ਮੈਨੂੰ ਮੇਰੇ ਤੇ ਮਿਹਰ ਕਰ। ਬਾਪੂ ਨੂੰ ਨਾਲ ਰੱਖ ਆਪਣੇ। ਅੰਤਰ ਬਾਹਰ ਬਾਪੂ ਦੇ ਉੱਤੇ ਭਰੋਸਾ ਕਰ, ਬਾਪੂ ਦੇ ਉੱਤੇ, ਬਾਪੂ ਨੂੰ ਕਹਿ ਤੈਨੂੰ ਤਾਕਤ ਦਊਗਾ ਬਾਪੂ। ਅੰਤਰ ਬਾਹਰ ਇੱਕ ਹੋ ਜਾਣਾ। ਨਾਨਕ ਆਗਨ ਮਰੈ ਸਤਿਗੁਰੂ ਕੈ ਭਾਣੇ। ਲੈ ਗਿਆਨ ਸਤਿਗੁਰੂ ਤੋਂ, ਸਤਿਗੁਰੂ ਦੇ ਗਿਆਨ ਲਏਗਾ ਜਿਵੇਂ ਸਤਿਗੁਰੂ ਕਹਿ ਰਿਹਾ। ਮਹਾਰਾਜ ਜੇ
ਆ ਦੇਖ ਲਓ ਸਤਿਗੁਰੂ ਬੋਲ ਰਹੇ ਆ, ਸ਼ਬਦ ਕਮਾਈਏ ਖਾਈਏ ਸਾਰ, ਜਗ ਕਰੜਾ ਮਨਮੁਖ ਗਵਾਰ। ਛੱਡ ਮਨਮੁਖ ਪੂਣਾ, ਸ਼ਬਦ ਦੀ ਕਮਾਈ ਸ਼ੁਰੂ ਕਰ, ਧਿਆਨ ਸਿਮਰਨ ਸ਼ੁਰੂ ਕਰ, ਅੰਤਰ ਬਾਹਰ ਇੱਕ ਨੂੰ ਜਾਣ। ਨਾਨਕ ਅਗਨ ਮਾਰੈ ਸਤਿਗੁਰ ਕੇ ਬਾਣੈ। ਇਸ ਤਰੀਕੇ ਦੇ ਨਾਲ ਤਾਂ ਭਾਈ ਤੇਰੀ ਅੱਗ ਮਰ ਸਕਦੀ ਹੈ ਭਾਈ, ਔਰ ਤੇਰਾ ਜਿਹੜਾ ਹੈਗਾ ਉਹ ਬਰਫ਼ ਦਾ ਜਿਹੜਾ ਘਰ ਹੈਗਾ, ਮੰਦਰ ਹੈਗਾ, ਜਿਹੜਾ ਇੰਟੈਕਟ ਰਹਿ ਜਾਏਗਾ ਭਾਈ। ਨਾਨਕ ਅਗਨ ਮਾਰੈ ਸਤਿਗੁਰ ਕੇ ਬਾਣੈ। ਸੱਚ ਪੈ ਰਾਤਾ ਗਰਭ ਨਿਵਾਰੈ। ਬਸ ਸੱਚ ਦੇ ਨਾਲ ਔਰ ਭੈ ਦੇ ਨਾਲ ਰਹੇ, ਸੱਚ ਦੇ ਭੈ ਦੇ ਨਾਲ। ਮਾਲਕ ਪਰਮਾਤਮਾ ਦੇ ਭੈ ਦੇ ਵਿਚਕਾਰ ਕਰੇ, ਮਾਲਕ ਨੂੰ ਅੰਗ ਸੰਗ ਸਮਝੇ। ਮਾਲਕ ਦੇਖ ਰਿਹਾ ਹੈ ਮੈਨੂੰ, ਮਾਲਕ ਦੇਖ ਰਿਹਾ ਜੋ ਵੀ ਮੈਂ ਐਕਸ਼ਨ ਕਰ ਰਿਹਾ, ਜੋ ਵੀ ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜੋ ਵੀ ਮੈਂ ਨਿੰਦਾ ਝੂਠ ਚੁਗਲੀ ਈਰਖਾ ਦੁਆਲਟੀ, ਜੋ ਕੁਛ ਵੀ ਮੈਂ ਕਰ, ਮੇਰਾ ਮਾਲਕ ਦੇਖ ਰਿਹਾ। ਸੱਚ ਪੈ ਰਾਤਾ ਗਰਭ ਨਿਵਾਰੈ, ਏਕੋ ਜਾਤਾ ਸ਼ਬਦ ਵਿਚਾਰੈ। ਬਸ ਸ਼ਬਦ ਨੂੰ ਵਿਚਾਰ ਕਰ, ਸ਼ਬਦ ਨੂੰ ਵਿਚਾਰ ਕਰ। ਗੁਰੂ ਦੀ ਮੱਤ ਲੈ, ਗੁਰੂ ਦੇ ਅਨੁਸਾਰ ਮੱਤ ਲੈ ਕੇ ਮਨ ਨੂੰ ਖੜਾ ਕਰ ਔਰ ਸ਼ਬਦ ਪ੍ਰਗਟ ਕਰ। ਇੱਕ ਨੂੰ ਜਾਣ, ਏਕੋ ਜਾਤਾ ਸ਼ਬਦ ਵਿਚਾਰੈ। ਸ਼ਬਦ ਵਸੈ ਸੱਚ ਅੰਤਰ ਹੀਆ। ਕਹਿੰਦੇ ਹੀਏ ਦੇ ਅੰਦਰ ਸ਼ਬਦ ਵਸ ਜਾਏਗਾ ਭਾਈ, ਬਿਲਕੁਲ ਹਿਰਦੇ ਦੇ ਵਿੱਚ ਸ਼ਬਦ ਵਸੇ। ਜਿੱਥੇ ਮਾਇਆ ਵਸੀ ਹੋਈ ਹੈ, ਜਿੱਥੇ ਸਵਾਸ ਵਸੇ ਹੋਏ, ਜਿੱਥੇ ਸੰਸਕਾਰ ਪਏ ਹੋਏ, ਜਿੱਥੇ ਆਪਾਂ ਉੱਠ ਕੇ ਇਮੀਡੀਏਟਲੀ ਆਪਣੇ ਆਪ ਹੀ ਜਿਹੜਾ ਸਾਰਾ ਕੁਛ ਹੋਈ ਜਾਂਦਾ, ਆਪਣੇ ਆਪ ਹੀ ਜਿਹੜਾ ਹੈਗਾ ਆਪਾਂ ਜੋ ਕੁਛ ਵੀ ਕਰ ਰਹੇ ਹਾਂ, ਜਿੱਥੇ ਪਾਸੇ ਨੂੰ ਸੁਰਤ ਹੈਗੀ, ਆਪਣੇ ਆਪ ਮੋਬਾਈਲ ਆ ਜਾਂਦਾ, ਆਪਣੇ ਆਪ ਹੀ ਖੋਲ੍ਹ ਲੈਂਦੇ, ਆਪਣੇ ਆਪ ਹੀ ਸਾਰਾ ਕੁਝ ਚੱਲ ਜਾਂਦਾ, ਆਪਣੇ ਆਪ ਹੀ ਜਿਹੜਾ ਹੈਗਾ ਕਿੱਥੇ ਕਿੱਥੇ ਜਿੱਥੇ ਜਿੱਥੇ ਵੀ ਆਪਣਾ ਜਿਹੜਾ ਹੈਗਾ ਜੋ ਖਾਣਾ ਹੈ, ਜੋ ਪੀਣਾ ਹੈ, ਜਿੱਥੇ ਜਾਣਾ ਹੈ, ਸਾਰਾ ਆਟੋਮੈਟਿਕਲੀ ਜਿਹੜਾ ਹੈਗਾ ਉਹਦੇ ਵਿੱਚ ਕੋਈ ਕਮੀ ਨਹੀਂ ਆਉਂਦੀ, ਉਹਨਾਂ ਦੇ ਵਿੱਚ ਕੋਈ ਕਿਸੇ ਪਾਸਿਓਂ ਕੋਈ ਕਮੀ ਨਹੀਂ ਆਉਂਦੀ। ਉਹ ਕਿਉਂ? ਕਿਉਂਕਿ ਉਹ ਵਸਿਆ ਹੋਇਆ ਹੀਏ ਦੇ ਵਿੱਚ ਵਸਿਆ, ਅੰਤਰ ਵਸਿਆ ਹੋਇਆ ਆਪਣੇ। ਉੱਥੇ ਸ਼ਬਦ ਨੇ ਵਸਣਾ ਹੈ ਉਸ ਜਗ੍ਹਾ ਦੇ ਉੱਤੇ। ਸ਼ਬਦ ਵਸੇ ਸੱਚ ਅੰਤਰ ਹੀਆ, ਇਹਨੂੰ ਕਹਿੰਦੇ ਆ ਹੀਏ ਦਾ ਅੰਤਰ। ਬਿਲਕੁਲ ਕਹਿੰਦੇ ਉੱਥੇ ਉਸ ਜਗ੍ਹਾ ਦੇ ਉੱਤੇ ਰਿਪਲੇਸਮੈਂਟ ਹੋਣੀ ਹੈ ਔਰ ਘਬਰਾਉਣ ਦੀ ਲੋੜ ਨਹੀਂ ਹੈ, ਆਟੋਮੈਟਿਕਲੀ ਹੋ ਜਾਣੀ ਹੈ। ਬਸ ਗੁਰੂ ਦੀ ਮੱਤ ਜਿਹੜੀ ਹੈਗੀ, ਜਿਵੇਂ ਗੁਰੂ ਕਹਿ ਰਿਹਾ ਉਸ ਤਰ੍ਹਾਂ ਕਾਰਵਾਈ ਕਰੋ। ਸਵੇਰੇ ਸ਼ਾਮ ਜਿਹੜਾ ਹੈਗਾ ਕੋਸ਼ਿਸ਼ ਕਰੋ ਧਿਆਨ ਸਿਮਰਨ ਕਰਨ ਦੀ। ਆਟੋਮੈਟਿਕਲੀ ਆਪਾਂ ਨੂੰ ਕੋਈ ਚੀਜ਼ ਛੱਡਣ ਦੀ ਲੋੜ ਨਹੀਂ, ਆਟੋਮੈਟਿਕਲੀ ਛੁੱਟ ਜਾਣੀ ਹੈ। ਬਹੁਤ ਜਿਸ ਤਰ੍ਹਾਂ ਗੁਰੂ ਕਹਿ ਰਿਹਾ, ਜਿਸ ਤਰ੍ਹਾਂ ਗਿਆਨ ਕਹਿ ਰਿਹਾ ਭਾਈ, ਉਸ ਤਰ੍ਹਾਂ ਕਾਰਵਾਈ ਕਰਾਂਗੇ ਤੇ ਬਿਲਕੁਲ ਸੁਖੈਨ ਯਾਤਰਾ ਹੈ। ਹਸੰਦਿਆਂ ਖਲੰਦਿਆਂ ਵਿੱਚੇ ਹੋਵੇ ਮੁਕਤ, ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ। ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਦੇਖ ਲਓ ਕੀ ਕਹਿ ਰਹੀ ਹੈ ਬਾਣੀ ਭਾਈ। ਸ਼ਬਦ ਵਸੈ ਸੱਚ ਅੰਤਰ ਹੀਆ, ਤਨ ਮਨ ਸੀਤਲ ਰੰਗ ਰੰਗੀਆ। ਇਸ ਤਰੀਕੇ ਦੇ ਨਾਲ ਤਨ ਵੀ ਔਰ ਮਨ ਵੀ ਠੰਡਾ ਠਾਰ ਹੋ ਜਾਏਗਾ ਭਾਈ। ਗਿਆਨ ਆ ਜਾਏਗਾ ਤੇਰੇ ਅੰਦਰ ਔਰ ਤੇਰੇ ਅੰਦਰ ਸ਼ਾਂਤੀ ਆ ਜਾਏਗੀ ਮਿੱਤਰਾ। ਚੰਦ ਦੀ ਸ਼ਾਂਤੀ ਆ ਜਾਏਗੀ, ਸੂਰਜ ਵਰਗਾ ਗਿਆਨ ਆ ਜਾਏਗਾ ਤੇਰੇ ਅੰਦਰ। ਤਨ ਮਨ ਸੀਤਲ ਰੰਗ ਰੰਗੀਆ, ਕਾਮ ਕ੍ਰੋਧ ਬਿਖ ਅਗਨ ਨਿਵਾਰੇ। ਆ ਲਓ ਆ ਗਈ ਜ਼ਹਿਰ ਕਾਮ ਕ੍ਰੋਧ ਦੀ। ਕਾਮ ਕ੍ਰੋਧ ਬਿਖ ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ। ਆਹਾ ਆਇਆ ਭਾਈ, ਤਾਂ ਤੂੰ ਨਦਰੀ ਦੀ ਨਜ਼ਰ ਹੇਠ ਹੋ ਜਾਏਗਾ ਪਿਆਰਿਆ। ਮਾਲਕ ਬਿਲਕੁਲ ਤੈਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਇੱਕ ਇੱਕ ਸਟੈਪ ਤੇਰਾ ਜਿਹੜਾ ਹੈਗਾ ਉਹ ਤੈਨੂੰ ਜਿਹੜਾ ਹੈਗਾ ਉਹ ਚਲਾਊਗਾ ਮਾਲਕ ਪਰਮਾਤਮਾ। ਉਂਗਲ ਫੜਾ ਦੀ, ਹੱਥ ਫੜਾਤਾ ਮਾਲਕ ਨੇ। ਨਾਨਕ ਨਦਰੀ ਨਜ਼ਰ ਪਿਆਰੇ। ਵਾਹ ਵਾਹ ਕਿਆ ਬਾਤ ਹੈ। ਉਹ ਨਦਰੀ ਦੀ ਨਜ਼ਰ ਦੇ ਹੇਠ, ਪਿਆਰੇ ਦੀ ਨਜ਼ਰ ਦੇ ਹੇਠ ਹੋ ਜਾਏਗਾ, ਪਿਆਰਾ ਹੋ ਜਾਏਗਾ ਉਹਦਾ। ਸ਼ਬਦ ਭਾਖਤ ਸਸ ਜੋਤ ਅਪਾਰਾ। ਸ਼ਬਦ ਨੂੰ ਭਾਖਣਾ ਪਊਗਾ ਭਾਈ। ਸਸ ਜੋਤ ਤਾਂ ਚੰਦਰਮਾ ਦੀ ਜਿਹੜੀ ਸ਼ਾਂਤੀ ਠੰਡਕ ਵਾਲੀ ਜੋਤ ਅੰਦਰ ਅਪਾਰ ਤੇਰੇ ਅੰਦਰ ਪੈਦਾ ਹੋ ਜਾਏਗੀ। ਸਸ ਕਰ ਸੂਰ ਵਸੈ ਮਿਟੇ ਅੰਧਿਆਰਾ। ਸਸ ਕਹਿੰਦੇ ਚੰਦਰਮਾ, ਸਸ ਕਰ ਸੂਰ, ਸਸ ਕਹਿੰਦੇ ਅਗਿਆਨਤਾ ਕਾਲਕ, ਅਗਿਆਨਤਾ ਨੂੰ ਵੀ ਕਹਿੰਦੇ ਆ। ਅਗਿਆਨਤਾ ਦੇ ਵਿੱਚ ਗਿਆਨ ਵਸ ਜਾਏਗਾ। ਸੂਰਜ ਵਾਂਗੂ ਜਿਹੜਾ ਹੈਗਾ ਗਿਆਨ ਆ ਜਾਏਗਾ ਤੈਨੂੰ, ਬ੍ਰਹਮ ਗਿਆਨ। ਸਸ ਕਰ ਸੂਰ ਵਸੈ ਮਿਟੇ ਅੰਧਿਆਰਾ, ਅੰਧੇਰਾ ਮਿਟ ਜਾਏਗਾ ਤੇਰਾ। ਸੁਖ ਦੁੱਖ ਸਮ ਕਰ ਨਾਮ ਆਧਾਰਾ। ਸੁੱਖ ਔਰ ਦੁੱਖ ਨੂੰ ਸਮ ਹੋ ਜਾਣਗੇ
ਤੇ ਨਾਮ ਦਾ ਆਧਾਰ ਹੋ ਜਾਏਗਾ ਤੇ ਸੁੱਖ ਆ ਜਾਏ ਦੁੱਖ ਆ ਜਾਏ ਯਾਤਰਾ 'ਚ ਕੋਈ ਫਰਕ ਨਹੀਂ। ਆਪੇ ਪਾਰ ਉਤਾਰਨ ਹਾਰਾ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੇ ਪਾਰ ਉਤਾਰਾ ਕਰਨਾ ਹੈ ਭਾਈ, ਆਪੇ ਮਾਲਕ ਨੇ। ਗੁਰ ਪਰਚੇ ਮਨ ਸਾਜ ਸਮਾਏ, ਇਹ ਚੱਲੀ ਜਾ ਰਿਹਾ ਜੀ। ਇਹ ਜਿਹੜਾ ਹੈਗਾ ਹਾਂਜੀ ਅੱਗੇ ਅੱਗੇ ਚੱਲੀ ਜਾ ਰਿਹਾ। ਅਸੀਂ 49 ਨੰਬਰ ਤੇ ਆ ਗਏ ਹਾਂ। ਵੀਰ ਜੀ ਤੁਸੀਂ ਇੱਕ ਛੱਡ ਗਏ ਜੀ ਵਿੱਚੋਂ। ਕਿੱਥੇ ਜੀ ਦੱਸੋ? 47 ਤੋਂ ਬਾਅਦ 48 ਛੱਡ ਗਏ ਜੀ। 48 ਹਾਂ ਜੀ ਹਾਂ, ਉਹ ਡੇਟ ਛੱਡ ਗਈ ਸਰ। ਹਾਂਜੀ ਉਹ ਮੈਂ ਲੈ ਲੈਣਾ ਜੀ ਥੱਲੇ। ਠੀਕ ਹੈ ਜੀ ਹਾਂਜੀ ਕਵਨ ਮੁਖ ਚੰਦ ਹੋਇਆ ਘਰ ਛਾਇਆ। ਹਾਂ ਠੀਕ ਹੈ ਜੀ। ਕਵਨ ਮੁਖ, ਮਾਈਕ ਬੰਦ ਕਰ ਦਿਓ ਜੀ, ਬੱਚਿਆਂ ਦਾ ਸ਼ੋਰ। ਰਾਮ ਪ੍ਰਕਾਸ਼ ਜੀ, ਰਾਮ ਪ੍ਰਕਾਸ਼ ਜੀ ਪਲੀਜ਼ ਮਾਈਕ ਬੰਦ ਕਰੋ ਤੁਹਾਡਾ। ਕਵਨ ਮੁਖ ਚੰਦ ਹੈਵੈ ਘਰ ਛਾਇਆ। ਕਵਨ ਮੁਖ ਕਿਹੜੇ, ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਚੰਦਰਮਾ ਜਿਹੜਾ ਠੰਡਕ ਦੇਣ ਵਾਲਾ ਇਹ ਘਰ ਦੇ ਵਿੱਚ ਆ ਜਾਏ ਭਾਈ। ਅਭਿਆਸੀ ਦੇ ਅੰਦਰ ਜਿਹੜਾ ਹੈਗਾ ਇੰਨੀ ਠੰਡਕ ਆ ਜਾਏ, ਚੰਦ ਵਰਗੀ ਠੰਡਕ ਆ ਜਾਏ। ਕਿਹੜੇ ਤਰੀਕੇ ਦੇ ਨਾਲ, ਕਿਹੜੇ ਗਿਆਨ ਦੇ ਦੁਆਰਾ, ਕਿਹੜੇ ਮੁਖ ਦਾ ਮਤਲਬ ਹੈਗਾ ਭਾਈ ਜਿਵੇਂ ਗੁਰਮੁਖ, ਗੁਰੂ ਤੋਂ ਕਿ ਕਿਸ ਤਰੀਕੇ ਦੇ ਨਾਲ ਕਹਿੰਦੇ ਆ ਇਹ ਚੰਦ ਜਿਹੜਾ ਹੈਗਾ ਮੇਰੇ ਅੰਦਰ ਚੰਦ ਵਰਗੀ ਠੰਡਕ ਆ ਜਾਏ। ਕਵਨ ਮੁਖ ਚੰਦ ਹੈਵੇ ਕਰ ਛਾਇਆ। ਕਵਨ ਮੁਖ ਸੂਰਜ ਤਪੇ ਤਪਾਇਆ, ਮੇਰੇ ਅੰਦਰ ਗਿਆਨ ਦਾ ਸੂਰਜ ਚੜ ਜਾਏ ਔਰ ਚੰਦਰਮਾ ਦੀ ਠੰਡਕ ਆ ਜਾਏ ਮੇਰੇ ਅੰਦਰ। ਇਹ ਪ੍ਰਾਣ ਸ਼ਕਤੀ ਦੋ ਤਰੀਕੇ ਨਾਲ ਕੰਮ ਕਰਦੀ ਹੈ, ਇੱਕ ਗਰਮ ਔਰ ਇੱਕ ਠੰਡੀ। ਕਵਨ ਮੁਖ ਕਾਲ ਜੋਹਤ ਨਿਤ ਰਹਿ, ਕਹਿੰਦੇ ਕਿਹੜਾ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਿਹੜੇ ਗਿਆਨ ਦੇ ਦੁਆਰਾ ਇਹ ਕਾਲ ਜਿਹੜਾ ਹੈਗਾ ਬਾਰ-ਬਾਰ ਮੂੰਹ ਦਿਖਾਉਂਦਾ ਹੈ। ਬਾਰ-ਬਾਰ ਮੇਰਾ ਮਨੁੱਖੀ ਜੂਨ ਖਤਮ ਹੋ ਜਾਂਦੀ ਹੈ, ਬਾਰ-ਬਾਰ ਮੈਂ ਜੂਨਾਂ ਤੋਂ ਭਟਕਦਾ ਹਾਂ। ਜੂਨਾਂ ਦੇ ਵਿੱਚ ਕਹਿੰਦੇ ਕਾਲ ਮੈਨੂੰ ਨਾ ਮੂੰਹ ਦਿਖਾਏ ਔਰ ਜਿਹੜਾ ਹੈਗਾ ਮੈਂ ਅਕਾਲ ਹੋ ਜਾਵਾਂ। ਕਵਨ ਬੁੱਧ ਗੁਰਮੁਖੇ ਪਤ ਰਹਿ, ਕਹਿੰਦੇ ਕਿਹੜੀ ਬੁੱਧੀ ਹੈ ਗੁਰੂ ਦੇ ਰਾਹੀਂ, ਕਹਿੰਦੇ ਮੇਰੀ ਵੀ ਪਤ ਰਹਿ ਜਾਏ ਭਾਈ। ਕਵਨ ਜੋਧ ਜੋ ਕਾਲ ਸੰਘਾਰੇ, ਕਹਿੰਦੇ ਉਹ ਕਿਹੜਾ ਸੂਰਮਾ ਹੈਗਾ ਜਿਹੜਾ ਕਾਲ ਨੂੰ ਇਸ ਤਰ੍ਹਾਂ ਜਿਹੜਾ ਹੈਗਾ ਸੰਘਾਰ ਦਿੰਦਾ ਹੈ, ਅਕਾਲ ਹੋ ਜਾਂਦਾ ਹੈ। ਬੋਲੇ ਬਾਣੀ ਨਾਨਕ ਵਿਚਾਰ ਹੈ, ਕਹਿੰਦੇ ਇਹ ਵਿਚਾਰ ਦੱਸੋ। ਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਨੇ ਕਿਹਾ ਆਹ ਕੁਐਸਚਨ ਹੈ ਸਿੱਧਾਂ ਦੇ, ਬੋਲੋ ਭਾਈ ਆਹ ਬਾਣੀ ਆਹ ਕਿਸ ਤਰ੍ਹਾਂ ਬਣਨਾ ਹੈ, ਇਸ ਤਰ੍ਹਾਂ ਇਹਦੀ ਦੱਸੋ ਸਾਨੂੰ ਟੈਕਨੀਕ। ਸ਼ਬਦ ਭਾਖਤ ਸਸ ਜੋਤ ਅਪਾਰਾ, ਸ਼ਬਦ ਦੇ ਭਾਖਣ ਦੇ ਨਾਲ ਭਾਈ ਇਹ ਠੰਡਾ ਚੰਦਰਮਾ ਜਿਹੜਾ ਹੈਗਾ ਇਹਦੀ ਠੰਡਕ ਆਉਣੀ ਆ ਭਾਈ। ਚੰਦਰਮਾ ਦੀ ਜੋਤ ਆ ਜਾਣੀ ਆ ਭਾਈ, ਇੰਨੀ ਠੰਡਕ ਸ਼ਾਂਤੀ। ਸਸ ਕਰ ਸੂਰ ਵਸੈ ਮਿਟੇ ਅੰਧਿਆਰਾ, ਔਰ ਸਸ ਕਰ ਸੂਰ ਮਤਲਬ ਬਈ ਅਗਿਆਨਤਾ ਦੇ ਵਿੱਚ ਗਿਆਨ ਆ ਜਾਏਗਾ ਭਾਈ, ਪ੍ਰਕਾਸ਼ ਹੋ ਜਾਏਗਾ ਗਿਆਨ ਦਾ। ਦੇਖੋ ਭਾਈ ਗਿਆਨ ਕੀ ਆਈ ਆਂधी, ਇਸ ਤਰ੍ਹਾਂ ਗਿਆਨ ਆ ਜਾਏਗਾ ਭਾਈ। ਸਭੇ ਉਡਾਨੀ ਭਰਮ ਕੀ ਟਾਟੀ ਰਹਿ ਨ ਮਾਇਆ ਬਾਂधी, ਸਸ ਕਰ ਸੂਰ ਵਸੈ ਮਿਟੇ ਅੰਧਿਆਰਾ। ਸੁਖ ਦੁੱਖ ਸਮ ਕਰ ਨਾਮ ਆਧਾਰਾ, ਤਾਂ ਜਿਹੜਾ ਹੈ ਨਾਮ ਦੇ ਆਧਾਰ ਦੇ ਨਾਲ ਸੁੱਖ ਔਰ ਦੁੱਖ ਦੋਨੋਂ ਸਮ ਹੋ ਜਾਣੇ ਆ। ਔਰ ਧਿਆਨ ਭਗਤੀ ਜਿਹੜੀ ਹੈਗੀ ਉਹਨੂੰ ਇਹ ਵਿਚਲਿਤ ਨਹੀਂ ਕਰ ਸਕਦੇ, ਡਿਸਟਰੈਕਟ ਨਹੀਂ ਕਰ ਸਕਦੇ। ਆਪੇ ਪਾਰ ਉਤਾਰਨ ਹਾਰਾ, ਇਸ ਤਰੀਕੇ ਦੇ ਨਾਲ ਪਾਰ ਮਾਲਕ ਪਰਮਾਤਮਾ ਨੇ ਆਪ ਹੀ ਉਤਾਰ ਦੇਣਾ ਹੈ ਭਾਈ। ਮਾਲਕ ਤਾਂ ਇਸੇ ਵਾਸਤੇ ਤਾਂ ਖੇਡ ਬਣਾਈ ਹੈ, ਇਸੇ ਵਾਸਤੇ ਤਾਂ ਮਾਲਕ ਨੇ ਦੁਨੀਆ ਬਣਾਈ ਹੈ। ਗੁਰ ਪਰਚੈ ਮਨ ਸਾਜ ਸਮਾਏ, ਬਸ ਗੁਰੂ ਦੇ ਨਾਲ ਪਰਚ ਗਏ ਨਾ ਆਪਾਂ ਤੇ ਮਨ ਨੇ ਸੱਚ ਦੇ ਵਿੱਚ ਸਮਾ ਜਾਣਾ। ਗੁਰੂ ਹੈਗਾ ਆਪਣੇ ਅੰਦਰ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਪਰਣਵਤ ਨਾਨਕ ਕਾਲ ਨਾ ਖਾਏ। ਮਹਾਰਾਜ ਬੇਨਤੀ ਕਰ ਰਹੇ ਆ, ਕਹਿੰਦੇ ਫਿਰ ਜਿਹੜਾ ਹੈਗਾ ਕਾਲ ਨਹੀਂ ਖਾਂਦਾ ਪਾਏ। ਨਾਮ ਤਤ ਸਭ ਹੀ ਸਿਰ ਜਾਪੈ, ਕਹਿੰਦੇ ਨਾਮ ਤਤ ਆ ਪਾਏ ਸਾਰਿਆਂ ਤੋਂ ਉੱਪਰ ਪਾਏ, ਸਭ ਤੋਂ ਉੱਪਰ ਨਾਮ ਤਤ ਆ ਪਾਏ। ਨਾਮ ਪਦਾਰਥ, ਨਾਮ ਤੱਕ ਅੰਮ੍ਰਿਤ ਰਸ ਤੱਕ ਜਾਣਾ ਹੈ ਆਪਾਂ ਨੇ। ਬਿਨ ਨਾਮੈ ਦੁਖ ਕਾਲ ਸੰਤਾਪੈ, ਨਾਮ ਤੋਂ ਬਗੈਰ ਕਾਲ ਨੇ ਦੇਖੋ ਸੰਤਾਪਣਾ ਹੀ ਹੈ ਪਾਏ। ਨਾਮ ਅਮਰ ਹੋਣਾ ਹੈ, ਅੰਮ੍ਰਿਤ ਲੈਵਾਂਗੇ ਅਮਰ ਹੋ ਜਾਵਾਂਗੇ ਪਾਏ, ਕਾਲ ਤੋਂ ਅਕਾਲ ਹੋ ਜਾਵਾਂਗੇ।
ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਮੈ ਦੁਖ ਕਾਲ ਸੰਤਾਪੈ, ਤਤੋ ਤਤ ਮਿਲੈ ਮਨ ਮਾਨੈ। ਤਤ ਆ ਪਰਮਾਤਮਾ ਪਾਏ, ਤਤ ਬੂੰਦ ਸਾਗਰ ਦੇ ਵਿੱਚ ਲੀਨ ਹੋਏਗੀ ਤਾਂ ਮਨ ਮੰਨ ਜਾਏਗਾ। ਤਤੋ ਤਤ ਮਿਲੈ ਮਨ ਮਾਨੇ, ਦੂਜਾ ਜਾਏ ਇਕਤ ਘਰਾਨੇ, ਡੁਆਲਿਟੀ ਦੂਸਰਾ ਚਲੇ ਜਾਏਗਾ ਪਾਏ, ਇੱਕ ਘਰ ਦੇ ਵਿੱਚ ਆ ਜਾਏਗਾ। ਜਿੱਥੇ ਪਤਾ ਹੈ ਉਹ ਮਾਲਕ ਤੋਂ ਇਲਾਵਾ ਹੋਰ ਕੋਈ ਹੈ ਹੀ ਨਹੀਂ, ਤੇ ਵਿਚਾਰ ਜਿਹੜੇ ਆ ਕਿਸ ਤਰੀਕੇ ਦੇ ਨਾਲ ਜਾਣਗੇ ਪਾਏ। ਬੋਲੇ ਪਵਨਾ ਗਗਨ ਗਰਜੈ, ਆਲੋ ਅਨਹਦ ਸ਼ਬਦ ਆ ਗਿਆ ਭਾਈ। ਪ੍ਰਾਣ ਸ਼ਕਤੀ ਬੋਲਣ ਲੱਗ ਗਈ ਭਾਈ, ਜਿਹੜੀ ਉੱਪਰ ਜਾ ਰਹੀ ਸੀਗੀ, ਗਗਨ ਦੇ ਵਿੱਚ ਗਰਜਣ ਹੋਣ ਲੱਗ ਪਈ, ਨਾਦ ਚੱਲ ਪਿਆ, ਬ੍ਰਹਮਨਾਦ। ਬੋਲੇ ਪਵਨਾ ਗਗਨ ਗਰਜੈ, ਨਾਨਕ ਨਿਸ਼ਚਲ ਮਿਲਣ ਸਹਿਜੇ। ਨਿਸ਼ਚਲ ਹੋ ਗਿਆ, ਕਹਿੰਦੇ ਹੁਣ ਸਹਿਜ ਅਵਸਥਾ ਦੇ ਵਿੱਚ ਬੂੰਦ ਸਾਗਰ ਦੇ ਵਿੱਚ ਜਾਣੀ ਹੈ। ਹੁਣ ਸੁੰਨ ਦੇ ਵਿੱਚ ਸਮਾ ਜਾਣਾ। ਇਹ ਅਨਹਤ ਨੇ ਸੁੰਨ ਦੇ ਵਿੱਚ ਸਮਾ ਜਾਣਾ। ਆਲੋ ਅੱਗੇ ਸੁੰਨੀ ਆ ਗਿਆ। ਅੰਤਰ ਸੁਨੰਗ ਬਾਹਰ ਸੁਨੰਗ। ਦੇਖ ਲਓ ਕਬੀਰ ਜੀ ਦਾ ਸ਼ਬਦ ਦੇਖ ਲਓ, ਔਰ ਦੇਖ ਲਓ ਯਾਤਰਾ ਗੁਰੂ ਨਾਨਕ ਸਾਹਿਬ ਦੀ ਦੇਖ ਲਓ ਭਾਈ। ਕਬੀਰ ਜੀ ਦੀ 52 ਅੱਖਰੀ ਦੇਖੀ ਆ, ਉਹ ਵੀ ਇਹੀ ਚੀਜ਼ ਹੈ। ਅੰਤਰ ਸੁਨੰਗ ਬਾਹਰ ਸੁਨੰਗ, ਤਿਰਪਉਣ ਸੁਨ ਮਸੁਨੰਗ। ਕਹਿੰਦੇ ਅੰਦਰ ਤੇਰੇ ਵੀ ਪਰਮਾਤਮਾ, ਬਾਹਰ ਵੀ ਪਰਮਾਤਮਾ, ਤਰਤ ਪਤਾਲ ਆਕਾਸ਼, ਹਰ ਜਗ੍ਹਾ ਤੇ ਸੁਣਨੀ ਸੁਣਿਆ ਉਹ ਮਾਲਕ ਪਰਮਾਤਮਾ ਹੀ ਹੈ ਭਾਈ। ਉਹਦੇ ਵਿੱਚ ਗਤੀ ਨਹੀਂ ਹੈ, ਉਹ ਸ਼ਾਂਤ ਹੈਗਾ। ਅੰਤਰ ਸੁਨੰਗ ਬਾਹਰ ਸੁਨੰਗ, ਤਿਰਪਵਨ ਸੁਨ ਮਸੁਨੰਗ, ਚੌਥੇ ਸੁਣਨੇ ਜੋ ਨਰ ਜਾਣੇ, ਤਾਕੋ ਪਾਪ ਨਾ ਪੁੰਨੰਗ। ਬਸ ਚੌਥੇ ਸੁਣ ਦੇ ਵਿੱਚ 3 ਗੁਣੀ, 3 ਤੋਂ ਉੱਪਰ ਚੌਥੇ 'ਚ ਪਹੁੰਚ ਜਾਏ, ਤਮੋ ਰਜੋ ਸਤੋ ਤੋਂ ਉੱਪਰ, ਬਸ ਚੌਥੇ ਪਦ 'ਚ ਪਹੁੰਚ ਗਿਆ। ਜਿਹੜਾ ਉਸ ਅਵਸਥਾ ਨੂੰ ਜਾਣ ਲਿਆ, ਕੋਈ ਪਾਪ ਪੁੰਨ ਨਹੀਂ ਹੈ, ਉੱਪਰ ਆ ਭਾਈ। ਕੋਈ ਕਰਮ ਨਹੀਂ, ਕੋਈ ਕੁਛ ਨਹੀਂ, ਕੋਈ ਲੇਖਾ ਨਹੀਂ। ਘਟ ਘਟ ਸੁਣ ਕਾ ਜਾਣੇ ਪਿਓ, ਘਟ ਘਟ ਦੇ ਵਿੱਚ ਉਹ ਸੁਣ ਹੈਗਾ। ਆਹ ਭੇਤ ਪਤਾ ਲੱਗ ਜਾਏ। ਆਦ ਪੁਰਖ ਨਿਰੰਜਨ ਦੇਵ, ਉਹੀ ਆਦ ਪੁਰਖ ਪਰਮਾਤਮਾ ਉਹਦਾ ਰੂਪ ਹੋ ਜਾਏਗਾ ਭਾਈ। ਉਹ ਨਿਰੰਜਨ ਦੇਵ ਦਾ ਉਹ ਇਨਸਾਨ। ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਦਾਤਾ। ਲਓ ਫਿਰ ਸਰਟੀਫਾਈ ਕਰ ਰਿਹਾ, ਜਿਹੜਾ ਜਨ ਪਰਮੇਸ਼ਰ ਦੇ ਨਾਮ ਨਿਰੰਜਨ ਦੇ ਵਿੱਚ ਰਤਿਆ ਗਿਆ, ਉਹ ਤਾਂ ਮਾਲਕ ਦਾ ਰੂਪ ਹੋ ਜਾਏਗਾ ਭਾਈ। ਜੋ ਜਨ ਨਾਮ ਨਿਰੰਜਨ ਰਾਤਾ, ਸੋਈ ਨਾਨਕ ਸੋਈ ਪੁਰਖ ਵਿਦਾਤਾ। ਸੁਨੋ ਸੁਨ ਕਹਿ ਸਭ ਕੋਈ, ਅਨਹਦ ਸੁਨ ਕਹਾਂ ਤੇ ਹੋਈ। ਕਹਿੰਦੇ ਸੁਨ ਤਾਂ ਸਾਰੇ ਕਰਦੇ ਆ ਭਾਈ। ਇਹ ਅਨਹਦ ਸੁਨ ਕਿੱਥੋਂ ਪੈਦਾ ਹੁੰਦੀ ਹੈ ਭਾਈ? ਇਹ ਅਨਹਦ ਸ਼ਬਦ ਕਿੱਥੋਂ ਵੱਜਦਾ ਹੈ? ਅਨਹਦ ਸੁਨ ਕਹਾਂ ਤੇ ਹੋਈ, ਅਨਹਦ ਸੁਨ ਰਤੇ ਸੇ ਕੈਸੇ। ਜਿਹੜੇ ਅਨਹਦ ਸੁਨ ਦੇ ਵਿੱਚ ਰਤੇ ਗਏ, ਜਿਹੜੇ ਇਸ ਸੁਨ ਦੇ ਵਿੱਚ, ਜਿਹੜੇ ਵਿਚਾਰ ਮੰਡਲ ਤੋਂ ਉੱਪਰ ਉੱਠ ਗਏ, ਅਨਹਦ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸੀ ਜੈਸੇ। ਇਹ ਵਿਚਾਰ ਹੀ ਤਾਂ ਹੈਗਾ ਆਪਣਾ, ਜਿਹੜਾ ਹੈਗਾ ਕਾਰਨ ਸਰੀਰ, ਇਸੇ ਨੇ ਤਾਂ ਫੜਿਆ ਹੋਇਆ ਆਪਾਂ ਨੂੰ। ਅਨਹਦ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ। ਜਿਸ ਤੋਂ ਪੈਦਾ ਹੋਇਆ ਉਹਦੇ ਵਰਗੇ ਹੀ ਆ ਪਾਏ। ਕੋਈ ਜਨਮੇ ਨਾ ਮਰੈ, ਨਾ ਆਵੇ ਨਾ ਜਾਏ, ਨਾਨਕ ਗੁਰਮੁਖ ਮਨ ਸਮਝਾਏ। ਕਹਿੰਦੇ ਉਹ ਜਨਮ ਮਰਨ ਦੇ ਗੇੜ 'ਚ ਨਹੀਂ ਆਉਂਦੇ ਪਾਏ, ਜਿਹੜੇ ਇਸ ਤਰੀਕੇ ਦੇ ਨਾਲ ਆਹ ਗੁਰਮੁਖ ਸਿਸਟਮ ਹੈ ਪਾਏ, ਆਪਣੇ ਮਨ ਨੂੰ ਜਿਹੜਾ ਸਮਝਾ ਲੈਂਦੇ ਆ, ਔਰ ਜਿਹੜੇ ਆ ਯਾਤਰਾ ਕਰ ਲੈਂਦੇ ਆ। 9 ਸਰ ਸੁਭਰ 10ਵੇਂ ਪੂਰੇ। 9 ਜਿਹੜੇ ਹੈਗੇ ਆਪਣੇ ਜਿਹੜੇ ਹੈਗੇ ਦਰਵਾਜ਼ੇ, 9 ਸਰ ਕਹਿ ਰਹੇ ਆ। 9 ਸਰ ਸੁਭਰ, ਇਹ 9 ਦਰਵਾਜ਼ੇ ਜਿਹੜੇ ਹੈਗੇ, ਇਹਨਾਂ ਤੋਂ ਪ੍ਰਾਣ ਸ਼ਕਤੀ ਨਹੀਂ ਜਾਇਆ ਹੋਏ। ਇਹ ਭਰ ਜਾਣੇ ਕਿ ਸਰੋਵਰ ਜਿਹੜੇ ਆ, ਇਸ ਪ੍ਰਾਣ ਸ਼ਕਤੀ ਖਾਈ ਜਾਂਦੇ, ਭਰਦੇ ਹੀ ਨਹੀਂ ਹੈਗੇ। 9 ਸਰ ਸੁਭਰ, ਨਾ ਅੱਖਾਂ ਭਰਨ, ਨਾ ਜੀਭ ਭਰੇ, ਨਾ ਕੰਨ ਭਰਨ। ਕਿਸੇ ਪਾਸਿਓਂ ਦੇਖ ਲਓ ਕੋਈ ਕਿੰਨੇ 9 ਹੋਲ ਹੈ, 9 ਦਰਵਾਜ਼ੇ ਆਪਣੇ ਭਰਦੇ ਆ ਕਦੀ। 9 ਸਰ ਸੁਭਰ 10ਵੇਂ ਪੂਰੇ। ਕਹਿੰਦੇ 10ਵੇਂ ਦੇ ਜਿਹੜੇ ਜਿਨ੍ਹਾਂ ਦੇ 9 ਦਰਵਾਜ਼ੇ ਬੰਦ ਕਰ ਲਏ, ਪ੍ਰਾਣ ਸ਼ਕਤੀ ਇਹਨਾਂ ਤੋਂ ਜਾਣੀ ਬੰਦ ਹੋ ਗਈ। ਇਹ ਭਰ ਗਏ ਪਾਏ, ਡਿਮਾਂਡ ਹੀ ਨਹੀਂ ਹੈਗੀ। ਇਹ ਟੂਟੀਆਂ ਬੰਦ ਹੋ ਗਈਆਂ ਅਤੇ 10ਵੇਂ 'ਚ ਚਲੀ, ਕੰਡੀਸ਼ਨ ਪੂਰੀ ਹੋ ਗਈ। ਚਾਬੀ ਲੱਗ ਗਈ 10ਵੇਂ ਦੁਆਰ ਦੀ, ਖੁੱਲ੍ਹ ਜਾਣਾ 10ਵਾਂ ਦੁਆਰ। ਉੱਥੇ ਕੀ ਹੋਣਾ? ਉੱਥੇ ਸੁਣ, ਉੱਥੇ ਮਾਲਕ ਪਰਮਾਤਮਾ। 9 ਸਰ ਸੁਭਰ 10ਵੇਂ ਪੂਰੇ, ਤੇ ਅਨਹਦ ਸੁਨ ਵਜਾਵੇਂ ਤੂਰੇ। ਆਲੋ ਅਨਹਦ ਸ਼ਬਦ, ਅਨਹਦ ਸੁਨ ਵੱਜਣ ਲੱਗ ਪੈਂਦੀ ਹੈ। ਸਾਚੇ ਰਾਚੇ ਦੇਖ ਹਜੂਰੇ, ਸੱਚੇ ਦੇ ਵਿੱਚ ਰਤੇ ਗਏ, ਔਰ ਇੱਕ ਮਿਕ ਹੈਗੇ ਪਾਏ ਇੱਕ ਦੂਸਰੇ ਦੇ ਨਾਲ ਹਜੂਰੀ ਦੇ ਵਿੱਚ ਦੇਖ ਰਹੇ ਆ ਮਾਲਕ ਪਰਮਾਤਮਾ ਨੂੰ। ਪ੍ਰਕਾਸ਼ ਹੋ ਗਿਆ ਅੰਦਰ, ਜੋਤ ਪ੍ਰਕਾਸ਼, ਆਤਮ ਪ੍ਰਕਾਸ਼। ਘਟ ਘਟ ਸਾਚ ਰਿਹਾ ਭਰਪੂਰੇ। ਉਹ ਸੱਚ ਸਾਰਿਆਂ ਦੇ ਵਿੱਚ ਭਰਪੂਰ ਆ, ਪਰ ਗੁਪਤ ਅਵਸਥਾ ਦੇ ਵਿੱਚ ਹੈਗਾ।
ਗੁਪਤੀ ਬਾਣੀ ਪ੍ਰਗਟ ਹੋਏ। ਆਇਆ ਭਾਈ ਗੁਪਤੀ ਬਾਣੀ ਪ੍ਰਗਟ ਹੋ ਗਈ। ਪ੍ਰੈਕਟੀਕਲ ਬਾਣੀ ਕੀ ਹੈਗੀ? ਬਾਣੀ ਭਾਈ ਬਣਾਉਣ ਵਾਲੀ ਜਿਹੜੀ ਹੈ, ਜਿਹਦੇ ਨਾਲ ਜਿਹੜੀ ਹੈਗੀ ਆ ਕਿਸ ਤਰੀਕੇ ਦੇ ਨਾਲ ਆਪਾਂ ਨੇ ਯਾਤਰਾ ਕੀਤੀ ਹੈ, ਕਿਵੇਂ ਬਣ ਗਏ ਆਪਾਂ ਪਰਮਾਤਮਾ ਵਰਗੇ, ਕਿਵੇਂ ਬੂੰਦ ਸਾਗਰ ਦੇ ਵਿੱਚ ਸਮਾ ਗਈ। ਆਇਆ ਗੁਪਤੀ ਬਾਣੀ ਭਾਈ। ਐਕਸਪਲੇਨ ਨਹੀਂ ਕਰ ਸਕਦੇ, ਸ਼ਬਦਾਂ 'ਚ ਨਹੀਂ ਲਿਆ ਸਕਦੇ ਇਹਨੂੰ। ਪ੍ਰੈਕਟੀਕਲ ਕਰ ਲਿਆ ਤੇ ਪ੍ਰਗਟ ਹੋ ਗਈ, ਪਤਾ ਲੱਗ ਗਿਆ ਵੀ ਇਹ ਆਹ ਪ੍ਰੈਕਟੀਕਲ ਆ। ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ। ਕਹਿੰਦੇ ਉਹ ਪਰਖ ਲਏਗਾ ਭਾਈ ਇਸ ਨੂੰ। ਅੱਗੇ ਹੋਰ ਲੈ ਲੈਣੇ ਇੱਕ, ਸਹਿਜ ਪਾਏ ਮਿਲੀਏ ਸੁਖ ਹੋਵੇ। ਸਹਿਜ ਦੇ ਨਾਲ ਪਾਏ, ਸਹਿਜ ਪਾਏ ਇਹ ਜਿਹੜਾ ਹੈਗਾ ਸਹਿਜ ਦੇ ਵਿੱਚ ਜਾ ਕੇ, ਸਹਿਜ ਅਵਸਥਾ ਦੇ ਵਿੱਚ ਜਾ ਕੇ ਤਾਂ ਹੀ ਜਿਹੜਾ ਹੈ ਕਹਿੰਦੇ ਸਾਰੇ ਮਿਲੀਏ ਲਿਖਿਆ ਹੋਇਆ ਵੀ ਆਹ ਕੰਮ ਕਰੀਏ ਆਪਾਂ ਤੇ ਸੁਖੀ ਹੋ ਜਾਈਏ ਭਾਈ, ਅਸਲੀ ਸੁੱਖ ਪ੍ਰਾਪਤ ਕਰ ਲਈਏ। ਸਹਿਜ ਪਾਏ ਸੁਖੀਏ, ਪਿਆਰ ਦੇ ਨਾਲ ਸਹਿਜ ਦੇ ਨਾਲ ਜਿਹੜਾ ਹੈਗਾ ਉਹ ਇਹ ਯਾਤਰਾ ਹੋਣੀ ਹੈ। ਇਹੀ ਟਾਰਗੇਟ ਹੈਗਾ ਆਪਣਾ। ਸਹਿਜ ਪਾਏ ਮਿਲੀਏ ਸੁਖ ਹੋਵੇ, ਗੁਰਮੁਖ ਜਾਗੈ ਨੀਂਦ ਨਾ ਸੋਵੇ। ਗੁਰੂ ਦੇ ਰਾਹੀਂ ਆ ਗੁਰੂ ਗਿਆਨ ਦੇ ਰਹੇ ਆ, ਆਪਣੇ ਅੰਦਰ ਉਤਸ਼ਾਹ ਆ ਰਿਹਾ ਹੈ, ਤੇ ਜੇ ਜਾਗ ਜਾਈਏ ਤੇ ਮਾਇਆ ਦੀ ਨੀਂਦ 'ਚ ਨਹੀਂ ਸੋਵਾਂਗੇ ਆਪਾਂ। ਸੁਨ ਸ਼ਬਦ ਅਪਰੰਪਰ ਧਾਰੈ। ਸੁਨ ਸ਼ਬਦ ਹੈ ਭਾਈ, ਉਹੀ ਮਾਲਕ ਪਰਮਾਤਮਾ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਹੈਗਾ ਭਾਈ। ਸੁਨ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਹੀ ਲੀਨ ਹੋ ਜਾਓ ਭਾਈ, ਉਹਦੇ ਵਿੱਚ ਹੀ ਵੜ ਜਾਓ। ਸੁਨ ਸ਼ਬਦ ਅਪਰੰਪਰ ਧਾਰੈ, ਕਹਤੇ ਮੁਕਤ ਸ਼ਬਦ ਨਿਸਤਾਰੈ। ਜਿਹੜੇ ਕਹਿਣਗੇ ਮੁਕਤ ਹੋ ਜਾਣਗੇ ਭਾਈ, ਸ਼ਬਦ ਦੇ ਦੁਆਰਾ ਨਿਸਤਾਰਾ ਹੋ ਜਾਏਗਾ, ਜਿਹੜੇ ਸ਼ਬਦ ਨੂੰ ਪ੍ਰਗਟ ਕਰ ਲੈਣਗੇ। ਗੁਰ ਕੀ ਦੀਖਿਆ ਸੇ ਸੱਚ ਰਾਤੇ। ਆਹੀ ਗੁਰੂ ਦੀ ਦੀਖਿਆ ਹੈ ਭਾਈ, ਜਿਨ੍ਹਾਂ ਦੇ ਕੋਲ ਆ ਦੀਖਿਆ ਆ ਗਈ ਤੇ ਉਹ ਸੱਚ ਦੇ ਵਿੱਚ ਰਤੇ ਗਏ ਭਾਈ। ਆਹ ਗੁਰੂ ਦਾ ਗਿਆਨ ਹੈਗਾ ਭਾਈ। ਆਹ ਯਾਤਰਾ ਕਰਨੀ ਹੈ। ਜਿਹੜੇ ਪ੍ਰੈਕਟੀਕਲ ਕਰਨ ਲੱਗ ਗਏ ਉਹਨਾਂ ਦੇ ਕੋਲ ਦੀਖਿਆ ਆ ਗਈ, ਨਹੀਂ ਤਾਂ ਭਾਈ ਕੋਈ ਦੀਖਿਆ ਨਹੀਂ ਆਈ, ਕੋਈ ਦੀਖਿਆ ਨਹੀਂ ਆਈ। ਗੁਰ ਕੀ ਦੀਖਿਆ ਸੇ ਸੱਚ ਰਾਤੇ। ਦੇਖ ਲਓ ਕਲੀਅਰ ਕੱਟ ਲਿਖਿਆ ਹੋਇਆ ਭਾਈ ਗੁਰੂ ਦੀ ਦੀਖਿਆ ਕੀ ਹੈਗੀ। ਗੁਰ ਕੀ ਦੀਖਿਆ ਸੇ ਸੱਚ ਰਾਤੇ, ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਤੇ। ਇਸ ਤਰੀਕੇ ਦੇ ਨਾਲ ਹਉਮੈ ਜਾਣੀ ਆ, ਔਰ ਕੋਈ ਮਾਇਆ ਵਿੱਚ ਭ੍ਰਾਂਤੀ ਨਹੀਂ ਰਹਿ ਸਕਦੀ ਭਾਈ, ਨਹੀਂ ਰੁਕਾਵਟ, ਕੋਈ ਮਾਇਆ ਵਿੱਚ ਰੋਕ ਨਹੀਂ ਸਕਦੀ ਭਾਈ। ਨਾਨਕ ਆਪ ਗਵਾਏ ਮਿਲਣ ਨਹੀਂ ਭ੍ਰਾਂਤੇ। ਆ ਜੀ ਉਹ ਜਿਹੜਾ ਕਬੀਰ ਜੀ ਦਾ ਸੀ ਸ਼ਬਦ। ਤੇ ਹੁਣ ਜਿਹੜਾ ਹੈਗਾ ਆਪਾਂ ਨੇ, ਕਿਉਂਕਿ ਗੁਰਬਾਣੀ ਜਿਹੜੀ ਹੈਗੀ ਆਪਾਂ ਨੇ ਪਾਉਣੀ ਹੈ ਇਹਦੇ ਵਿੱਚ, ਤੇ ਇੱਕ ਸ਼ਬਦ ਆਪਾਂ ਹੋਰ ਲਈਏ ਜਿਹੜਾ ਕਿ ਆਪਣੀ ਲੜੀ ਚੱਲ ਰਹੀ ਹੈ ਉਹਦੇ ਉਸ ਜਗ੍ਹਾ ਤੇ ਪਾ ਦਾਂਗੇ ਇਹਨੂੰ। ਇਹ ਵੀ ਗੁਰੂ ਨਾਨਕ ਸਾਹਿਬ ਦਾ ਹੀ ਸ਼ਬਦ ਆ। ਆਪਣੇ 227 ਤੇ 28 ਅੰਗ ਦੇ ਉੱਤੇ ਹੈਗਾ। ਬੋਲੇ ਸਾਚ ਮਿਥਿਆ ਨਹੀਂ ਰਾਈ। ਗੌੜੀ ਮਹੱਲਾ ਪਹਿਲਾ। ਬੋਲੇ ਸਾਚ ਮਿਥਿਆ ਨਹੀਂ ਰਾਈ। ਕਹਿੰਦੇ ਬਸ ਜਿਹੜੇ ਫਿਰ ਐਸੀ ਆ ਯਾਤਰਾ ਕਰਨ ਲੱਗ ਜਾਂਦੇ ਆ ਤੇ ਉਹ ਸੱਚ ਬੋਲਦੇ ਆ ਭਾਈ, ਜਰਾ ਵੀ ਮਿਥਿਆ ਨਹੀਂ ਹੁੰਦੀ ਉਹਦੇ ਵਿੱਚ। ਬੋਲੇ ਸਾਚ ਮਿਥਿਆ ਨਹੀਂ ਰਾਈ। ਜਰਾ ਵੀ ਝੂਠ ਨਹੀਂ ਆ ਉਹਨਾਂ ਦਾ ਜਿਹੜਾ ਹੈਗਾ। ਮਾਇਆ ਜਰਾ ਵੀ ਜਿਹੜੀ ਹੈਗੀ ਉਹਨਾਂ ਨੂੰ ਜਿਹੜੀ ਹੈਗੀ ਵਿਚਲਿਤ ਨਹੀਂ ਕਰ ਸਕਦੀ। ਚਾਲੇ ਗੁਰਮੁਖੇ ਹੁਕਮ ਰਜਾਈ। ਗੁਰੂ ਦੇ ਰਾਹੀਂ ਚੱਲਦੇ ਆ ਭਾਈ, ਜਿਵੇਂ ਗੁਰੂ ਦਾ ਗਿਆਨ ਕਹਿੰਦਾ ਉਹਦੇ ਹੁਕਮ ਦੇ ਵਿੱਚ। ਰਹੇ ਅਤੀਤ ਸੱਚੇ ਸਰਣਾਈ। ਔਰ ਅਤੀਤ ਮਾਇਆ ਤੋਂ ਉੱਪਰ ਰਹਿੰਦੇ ਆ, ਅਤੀਤ ਰਹਿੰਦੇ ਆ, ਸੱਚੇ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦੇ ਆ। ਇਸ ਤਰੀਕੇ ਦੇ ਨਾਲ ਧਿਆਨ ਸਿਮਰਨ ਦੇ ਦੁਆਰਾ ਸੱਚ ਘਰ ਵੈਸੇ ਕਾਲ ਨਾ ਜੋ ਹੈ। ਆਇਆ ਸੱਚ ਘਰ ਦੇ ਵਿੱਚ ਬੈਠਣਾ ਭਾਈ। ਕਾਲ ਹੈਗਾ ਵਿਚਾਰ, ਕਹਿੰਦੇ ਕਾਲ ਮੂੰਹ ਨਹੀਂ ਦਿਖਾ ਸਕਦਾ। ਫਿਰ ਜਿਹੜੇ ਸੱਚ ਘਰ 'ਚ ਬੈਠ ਗਏ, ਜਿਹੜੇ ਥਿਰਕਰ ਬੈਸੋ ਅਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਨਮੁਖ ਕੋ ਆਵਤ ਜਾਵਤ ਦੁੱਖ ਮੋਹ ਹੈ। ਪਰ ਕਿ ਜੇ ਮਨਮੁਖ ਹੈਗੇ, ਜੇ ਮਨ ਦੇ ਪਿੱਛੇ ਲੱਗ ਰਹੇ ਆਪਾਂ, ਮਨ ਦੇ ਪਿੱਛੇ ਹੈਗੇ ਆ ਭਾਈ, ਤੇ ਫਿਰ ਆਉਂਦਾ ਜਾਣਾ ਚਾਲੂ ਰਹੇਗਾ। ਔਰ ਦੁੱਖ ਜਿਹੜਾ ਹੈਗਾ, ਇਹ ਮੋਹ ਜਿਹੜਾ ਹੈਗਾ, ਮੋਹ ਹੈ ਪਦਾਰਥਾਂ ਦਾ ਮੋਹ। ਇਹਨੇ ਜਿਹੜਾ ਹੈਗਾ ਆਪਾਂ ਨੂੰ, ਮਾਇਆ ਨੇ ਜਿਹੜਾ ਹੈਗਾ ਮੋਹ ਲੈਣਾ ਹੈ ਭਾਈ। ਇਹ ਦੁੱਖ ਹੈਗਾ ਭਾਈ। ਮਨਮੁਖ ਕੋ ਜਨਮ ਮਰਨ ਇਸ ਤਰ੍ਹਾਂ ਹੀ ਬਰਕਰਾਰ ਰਹੇਗਾ। ਮਨਮੁਖ ਕੋ ਆਵਤ ਜਾਵਤ ਦੁੱਖ ਮੋਹ ਹੈ ਰਹਾਓ। ਅਪਿਓ ਪੀਓ ਅਕਥ ਕਥ ਰਹੀ ਹੈ। ਕਹਿੰਦੇ ਅਪਿਓ ਅੰਮ੍ਰਿਤ ਪੀ ਕੇ
ਇਸ ਤਰੀਕੇ ਦੇ ਨਾਲ ਉਹ ਕਥਾ ਅਕਥ ਦੀ ਕਥਾ ਜਿਹੜੀ ਹੈਗੀ ਕੱਥ ਕੇ ਔਰ ਇੱਕ ਮਿਕ ਹੋ ਜਾਈਏ, ਪ੍ਰੈਕਟੀਕਲ ਕਰਕੇ। ਅਕਥ ਨੂੰ ਕਥਨਾ ਕੀ ਹੈ? ਪ੍ਰੈਕਟੀਕਲ ਕਰਨਾ। ਅਪਿਓ ਪੀਓ ਅਕਥ ਕਥ ਰਹੀਏ, ਨਿਜ ਕਰ ਬੈਸ ਸਹਿਜ ਕਰ ਲਈਏ। ਨਿਜ ਕਰ ਅੰਦਰ ਜਿਹੜੇ ਹੈਗੇ ਵਿਚਾਰ ਸ਼ੂਨਯ ਅਵਸਥਾ ਦੇ ਵਿੱਚ ਬੈਠ ਕੇ ਜਿਹੜਾ ਸਹਿਜ ਕਰ ਆਪਣਾ ਲੱਭ ਲਈਏ ਭਾਈ। ਚੌਥਾ ਪਦ, ਹਰ ਰਸ ਮਾਤੇ ਇਹ ਸੁਖ ਕਹੀਏ। ਪਰਮੇਸ਼ਰ ਦੇ ਰਸ ਆ ਗਿਆ, ਅੰਮ੍ਰਿਤ ਰਸ ਆ ਗਿਆ, ਤੇ ਆਹੀ ਸੁਖ ਹੈ ਭਾਈ। ਇਹਨੂੰ ਹੀ ਸੁਖ ਕਹਿੰਦੀ ਹੈ ਬਾਣੀ। ਆਹੀ ਸੁਖ ਹੈ, ਮਾਲਕ ਪਰਮਾਤਮਾ ਨੇ ਇੱਥੇ ਹੀ ਸੁਖ ਰੱਖਿਆ ਹੋਇਆ। ਗੁਰਮਤਿ ਚਾਲ ਨਿਹਚਲ ਨਹੀਂ ਡੋਲੇ। ਗੁਰੂ ਇਹੀ ਗੁਰੂ ਦੀ ਮੱਤ ਹੈ। ਗੁਰੂ ਦੀ ਮੱਤ ਚਾਲ ਹੀ ਦੱਸ ਰਹੀ ਭਾਈ। ਅਕਥ ਨੂੰ ਹੀ ਕਥਾ ਰਹੀ ਹੈ ਭਾਈ। ਕਿਵੇਂ ਪ੍ਰੈਕਟੀਕਲ ਕਰਨਾ ਹੈ ਇਹੀ ਬਾਣੀ ਦੱਸ ਰਹੀ ਹੈ ਭਾਈ। 1430 ਅੰਗ ਜਿਹੜੇ ਹੈਗੇ ਪ੍ਰੈਕਟੀਕਲ ਹੀ ਹੈ। ਇਸੇ ਪ੍ਰੈਕਟੀਕਲ ਵਾਸਤੇ ਆਪਾਂ ਨੂੰ ਪ੍ਰੇਰਨਾ ਦੇ ਰਹੇ। ਇਹ ਨਿਸ਼ਚਲ ਹੋ ਜਾਏਗੀ, ਮਨ ਨਹੀਂ ਡੋਲੇਗਾ ਭਾਈ। ਨਹੀਂ ਤਾਂ ਮਨ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਟਿਕਦਾ ਭਾਈ। ਗੁਰਮਤਿ ਸਾਚ ਸਹਿਜ ਹਰ ਬੋਲੇ। ਗੁਰੂ ਦੀ ਮੱਤ ਦੇ ਦੁਆਰਾ ਸੱਚ ਦੇ ਵਿੱਚ ਸਮਾ ਜਾਂਦਾ ਇਨਸਾਨ। ਸਹਿਜ ਅਵਸਥਾ ਆ ਜਾਂਦੀ ਹੈ ਪਰਮੇਸ਼ਰ ਦੇ ਭਗਤੀ ਕਰਨ ਦੇ ਨਾਲ। ਪੀਵੇ ਅੰਮ੍ਰਿਤ ਤੱਤ ਵਿਰੋਲੇ। ਉਹ ਅੰਮ੍ਰਿਤ ਮਿਲ ਜਾਂਦਾ ਹੈ ਪੀਣ ਨੂੰ। ਤੱਤ ਵਸਤੂ ਆ ਜਾਂਦੀ ਹੈ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਆਇਆ ਹੈ ਅਤੇ ਤੱਤ ਵਸਤੂ ਨੂੰ ਫੜ ਲੈਂਦਾ ਹੈ। ਉਹ ਫੋਕ ਜਿਹੜਾ ਹੈ, ਮਾਇਆ ਜਿਹੜੀ ਹੈਗੀ ਪਰੇ ਸੁੱਟ ਦਿੰਦਾ ਹੈ। ਸਤਿਗੁਰ ਦੇਖਿਆ ਦੀਖਿਆ ਲੈਣੀ। ਸਤਿਗੁਰੂ ਕੀ ਹੈਗਾ? ਸਤਿਗੁਰੂ ਦੇਖਿਆ ਤਾਂ ਹੀ ਹੈ ਭਾਈ ਜੇ ਗੁਰੂ ਕੋਲੋਂ ਦੀਖਿਆ ਲੈ ਲਈਏ ਆਪਾਂ। ਜੇ ਗੁਰੂ ਕੋਲੋਂ ਗਿਆਨ ਲੈ ਲਈਏ ਕਿ ਅਕਥ ਨੂੰ ਕਿਵੇਂ ਕਥਨਾ ਹੈ, ਧਿਆਨ ਸਿਮਰਨ ਕਿਵੇਂ ਕਥਨਾ ਹੈ। ਗੁਰੂ ਤੋਂ ਦੀਖਿਆ ਤਾਂ ਮਿਲੂਗੀ ਜੇ ਉਹਨੂੰ ਗੁਰੂ ਨੂੰ ਮਨ ਤੇ ਤਨ ਦੋਨੋਂ ਦੇ ਦਾਂਗੇ। ਤੇ ਸਤਿਗੁਰ ਦੇਖਿਆ ਦੀਖਿਆ ਲੈਣੀ, ਮਨ ਤਨ ਅਰਪਿਓ ਅੰਤਰਗਤ ਕੀਨੀ। ਤਾਂ ਅੰਦਰ ਦੀ ਗਤ ਹੁੰਦੀ, ਆਤਮਾ ਦਾ ਭੋਜਨ ਮਿਲ ਜਾਂਦਾ ਹੈ ਭਾਈ। ਆਤਮਾ ਜਿਹੜੀ ਹੈਗੀ ਪਰਮੇਸ਼ਰ 'ਚ ਲੀਨ ਹੋ ਜਾਂਦੀ ਹੈ, ਜਨਮ ਮਰਨ ਤੋਂ ਰਹਿਤ ਹੋ ਜਾਂਦੀ ਹੈ। ਗਤ ਮਿਤ ਪਾਈ ਆਤਮ ਚੀਨੀ। ਲੋ ਉੱਚੀ ਅਵਸਥਾ ਲੱਭ ਗਈ ਭਾਈ। ਗਤ ਮਿਤ ਮਾਲਕ ਪਰਮਾਤਮਾ ਅਮਿਤ ਹੈ ਜਿਹੜਾ। ਗਤ ਮਿਤ ਉੱਚੀ ਅਵਸਥਾ ਮਿਲ ਗਈ ਔਰ ਉਹ ਟੈਕਨੀਕ ਲੈ ਲਈ। ਉਹ ਗੁਰੂ ਤੋਂ ਗਿਆਨ ਲੈ ਲਿਆ, ਆਤਮ ਨੂੰ ਚੀਨ ਲਿਆ, ਸੁਰਤ ਆਤਮਾ ਦੇ ਵਿੱਚ ਲੀਨ ਹੋ ਗਈ। ਭੋਜਨ ਨਾਮ ਨਿਰੰਜਨ ਸਾਰ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਨਿਰੰਜਨ ਦਾ ਨਾਮ ਆਹੀ ਭੋਜਨ ਹੈ ਭਾਈ। ਇਹੀ ਸਾਰ ਵਸਤੂ ਆ ਦੁਨੀਆ ਦੇ ਵਿੱਚ। ਪਰਮਹੰਸ ਸੱਚ ਜੋਤ ਅਪਾਰ। ਪਰਮਹੰਸ ਹੋ ਜਾਂਦਾ ਇਨਸਾਨ ਉਸ ਸੱਚ ਦੇ, ਉਸ ਮਾਲਕ ਪਰਮਾਤਮਾ ਦੀ ਜੋਤ ਜਿਹੜੀ ਅੰਦਰ ਪ੍ਰਗਟ ਹੋ ਜਾਂਦੀ ਹੈ। ਜੈ ਦੇਖੋ ਤਾਂ ਤਹਿ ਏਕ ਓਂਕਾਰ। ਜਿੱਥੇ ਵੀ ਫਿਰ ਉਹ ਦੇਖਦਾ ਹੈ ਉਹ ਮਾਲਕ ਪਰਮਾਤਮਾ ਅੰਦਰ ਬਾਹਰ, ਉਸ ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ। ਰਹਿ ਨਿਰਾਲਮ ਏਕਾ ਸੱਚ ਕਰਨੀ। ਇਸ ਤਰ੍ਹਾਂ ਜਿਹੜਾ ਹੈਗਾ ਮਾਇਆ ਤੋਂ ਅਟੰਕ, ਇਹ ਚੋਗੇ ਤੋਂ ਉੱਪਰ ਰਹਿ ਸਕਦਾ ਇਨਸਾਨ। ਨਿਰਾਲਮ ਵਿਚਾਰਾਂ ਤੋਂ ਪਰੇ। ਰਹੇ ਨਿਰਾਲਮ ਏਕਾ ਸੱਚ ਕਰਨੀ। ਇੱਕੋ ਹੀ ਹੈ ਭਾਈ। ਇਹ ਕਰਨੀ ਜਿਹੜੀ ਹੈਗੀ ਹੈ ਕਥ ਨੂੰ ਕਥਨਾ। ਇਹ ਧਿਆਨ ਸਿਮਰਨ ਦੇ ਦੁਆਰਾ ਜਿਹੜਾ ਹੈਗਾ ਗੁਰੂ ਦੇ ਅਨੁਸਾਰ ਯਾਤਰਾ ਕਰਨੀ। ਪਰਮ ਪਦ ਪਾਇਆ ਸੇਵਾ ਗੁਰ ਚਰਣੀ। ਉਹ ਪਰਮ ਪਦ ਉੱਚੀ ਅਵਸਥਾ ਮਿਲ ਜਾਂਦੀ ਹੈ, ਬੂੰਦ ਸਾਗਰ ਦੇ ਵਿੱਚ ਚਲੀ ਜਾਂਦੀ ਹੈ। ਔਰ ਗੁਰੂ ਦੇ ਅਨੁਸਾਰ ਜਿਹੜੀ ਹੈਗੀ ਗੁਰੂ ਦੇ ਚਰਨਾਂ 'ਤੇ ਜਿਹੜੀ ਗੁਰੂ ਨੂੰ ਮਨ ਤਨ ਦੇ ਕੇ ਜਿਹੜਾ ਹੈਗਾ ਸੇਵਾ ਲੱਭਦੀ ਹੈ। ਮਨ ਤੇ ਮਨ ਮਾਨਿਆ ਚੁੱਕੀ ਅਹੰ ਭਰਮਣੀ। ਮਨ ਨੇ ਮਨ ਤੋਂ ਹੀ ਮੰਨਣਾ ਹੈ ਭਾਈ। ਆਪਾਂ ਹੀ ਰਿੰਗ ਦੇ ਵਿੱਚ ਜਿਹੜੀ ਹੈ ਯਾਤਰਾ ਆਪਾਂ ਨੂੰ ਹੀ ਕਰਨੀ ਪੈਣੀ ਹੈ। ਗੁਰੂ ਤੋਂ ਗਿਆਨ ਲੈ ਕੇ, ਪਰਮੇਸ਼ਰ ਦਾ ਆਸਰਾ ਲੈ ਕੇ ਜਿਹੜਾ ਹੈਗਾ ਮਾਲਕ ਨੂੰ ਅੰਗ ਸੰਗ ਸਮਝ ਕੇ ਯਾਤਰਾ ਹੋਊਗੀ। ਔਰ ਮਨ ਨੇ ਹੀ ਮਨ ਨੂੰ ਮਾਰਨਾ ਹੈ ਭਾਈ। ਮਨ ਤੇ ਮਨ ਮਾਨਿਆ ਚੂੰਕਿ ਅਹੰ ਭਰਮਣੀ। ਔਰ ਜਿਹੜਾ ਹਉਮੈ ਦੀ ਭਰਮਣ, ਹਉਮੈ ਦਾ ਮਾਇਆ ਦਾ ਭਰਮਣ, ਜਿਹੜੀ ਆਪਣੇ ਆਪ ਨੂੰ ਇਕਾਈ ਮੰਨਿਆ ਹੈ, ਆਪਣੇ ਆਪ ਨੂੰ ਕਰਤਾ ਮੰਨਿਆ, ਉਹ ਖਤਮ ਹੋ ਜਾਂਦੀ ਹੈ। ਇਨ ਬਿਧ ਕੌਣ ਨਹੀਂ ਤਾਰਿਆ। ਦੱਸੋ ਭਾਈ, ਜਿੰਨੇ ਵੀ ਤਰਿਆ ਇਸੇ ਤਰੀਕੇ ਦੇ ਨਾਲ ਤਰਿਆ। ਕਿਹੜਾ ਨਹੀਂ ਤਰਿਆ ਦੱਸ ਦਿਓ। ਜਿਹੜਾ ਵੀ ਚੱਲਿਆ ਆ ਉਹ ਤਰਿਆ ਹੀ ਤਰਿਆ ਆ ਬਸ। ਬਾਕੀ ਜਿਹੜੇ ਹੈਗੇ ਜਿਹੜੇ ਚੱਲੇ ਹੀ ਨਹੀਂ ਹੈ ਤਾਂ ਭਾਈ ਉਹਨਾਂ ਨੇ ਕਿਵੇਂ ਤਰ ਜਾਣਾ। ਇਹਦੇ 'ਚ ਫੇਲੂਅਰ 1% ਵੀ ਨਹੀਂ ਹੈ। ਇਨ ਵਿਦ ਕੌਣ ਨਹੀਂ ਤਾਰਿਆ, ਹਰ ਜਸ ਸੰਤ ਭਗਤ ਨਿਸਤਾਰਿਆ। ਆਹੀ ਹੈ ਪਰਮੇਸ਼ਰ ਦੀ ਜਸ, ਪਰਮੇਸ਼ਰ ਦੀ ਭਗਤੀ। ਸੰਤ ਲੋਕ ਭਗਤੀ ਕਰਨ ਵਾਲੇ ਸਾਰੇ ਦੇ ਸਾਰੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਆ। ਪ੍ਰਭ ਪਾਏ ਹਮ ਅਵਰ ਨਾ ਭਾਰਿਆ। ਕਹਿੰਦੇ ਬਸ ਇਸ ਤਰੀਕੇ ਦੇ ਨਾਲ ਪਰਮਾਤਮਾ ਮਿਲ ਜਾਂਦਾ ਹੈ। ਔਰ ਹੋਰ ਕੋਈ ਜਿਹੜਾ ਹੈਗਾ ਕਹਿੰਦੇ ਮੈਂ ਹੋਰ ਕਿਸੇ ਨੂੰ ਜਿਹੜਾ ਹੈਗਾ ਆਪਣੇ ਨਜ਼ਰ ਹੇਠ ਨਹੀਂ ਲਿਆਉਂਦਾ ਉਸ ਮਾਲਕ ਪਰਮਾਤਮਾ ਤੋਂ ਇਲਾਵਾ।
ਸਾਚ ਮਹਿਲੇ ਗੁਰੇ ਅਲਖ ਲਖਾਇਆ। ਔਰ ਗੁਰੂ ਨੇ ਦੇਖ ਲਓ ਉਹ ਅਲਖ ਪਰਮਾਤਮਾ ਜਿਹੜਾ ਹੈਗਾ ਲਿਖਾ ਦਿੱਤਾ ਉਹਨੂੰ, ਜਿਹੜਾ ਲਿਖਿਆ ਨਹੀਂ ਜਾਂਦਾ। ਇੰਦਰੀਆਂ ਦੀ ਔਰ ਪਹੁੰਚ ਹੈ ਇੰਦਰੀਆਂ ਤੋਂ, ਦੀ ਪਕੜ ਤੋਂ। ਸਾਚ ਮਹਿਲੇ ਗੁਰੇ ਅਲਖ ਲਖਾਇਆ, ਗੁਰੂ ਨੇ ਲਿਖਾਤਾ ਸੱਚੇ ਮਹਿਲ 'ਚ। ਨਿਹਚਲ ਮਹਿਲ ਨਹੀਂ ਛਾਇਆ ਮਾਇਆ, ਨਿਹਚਲ ਹੈ ਉਹਦਾ ਮਹਿਲ, ਹਮੇਸ਼ਾ ਰਹਿਣ ਵਾਲਾ ਹੈ ਮਾਲਕ ਪਰਮਾਤਮਾ ਦਾ। ਉੱਥੇ ਮਾਇਆ ਦੀ ਛਾਇਆ ਹੈ ਨਹੀਂ ਗੀ ਭਾਈ, ਮਾਲਕ ਦੀ ਛਾਇਆ ਨਹੀਂ ਹੈ ਮਾਇਆ। ਸਾਚ ਸੰਤੋਖੇ ਭਰਮ ਚੁਕਾਇਆ, ਇਸ ਤਰ੍ਹਾਂ ਸੱਚ ਦੇ ਨਾਲ ਲੀਨ ਹੋ ਗਏ, ਭਰਮ ਚੁੱਕ ਗਿਆ ਭਾਈ, ਪਤਾ ਲੱਗ ਗਿਆ ਸੱਚ ਦਾ, ਮਾਇਆ ਪਾਸੇ ਹੋ ਗਈ। ਜਿਨ ਕੇ ਮਨ ਵਸਿਆ ਸੱਚ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ। ਜਿਨ੍ਹਾਂ ਦੇ ਮਨ ਦੇ ਵਿੱਚ ਉਹ ਮਾਲਕ ਪਰਮਾਤਮਾ ਵਸ ਗਿਆ ਭਾਈ, ਉਹਨਾਂ ਦੀ ਹੀ ਸੰਗਤ ਜਿਹੜੀ ਹੈਗੀ ਆ ਗੁਰਮੁਖ ਹੈਗੀ ਆ ਭਾਈ, ਗੁਰਮੁਖ ਹੈਗੀ। ਉਹਨਾਂ ਦੀ ਹੀ ਸੰਗਤ ਜਿਹੜੀ ਹੈਗੀ ਗੁਰੂ ਦਾ ਗਿਆਨ ਦਿੰਦੀ ਹੈ। ਉਹਨਾਂ ਦੀ ਹੀ ਸੰਗਤ ਜਿਹੜੀ ਆਪਾਂ ਨੂੰ ਵੀ ਗੁਰਮੁਖ ਬਣਾ ਦੇਗੀ ਭਾਈ। ਜਿਨ ਕੇ ਮਨ ਵਸਿਆ ਸੱਚ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ। ਨਾਨਕ ਸਾਚ ਨਾਮ ਮਲ ਕੋਈ। ਮਹਾਰਾਜ ਕਹਿੰਦੇ ਸੱਚ ਦੇ ਦੁਆਰਾ, ਪਰਮੇਸ਼ਰ ਦੇ ਨਾਮ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ ਜਿਹੜਾ ਹੈਗਾ ਇਹ ਮਾਇਆ ਦੀ ਮਹਿਲ ਜਿਹੜੀ ਹੈਗੀ ਆ, ਜਿਹੜੀ ਕਾਰਨ ਸਰੀਰ ਹੈਗਾ, ਇਹਨੇ ਜਿਹੜਾ ਹੈਗਾ ਖੋਇਆ ਜਾਣਾ ਹੈ ਔਰ ਸੁਰਤ ਜਿਹੜੀ ਹੈ ਸੁੰਨ ਦੇ ਵਿੱਚ ਸਮਾ ਜਾਣੀ ਹੈ। ਇਹ ਜੀ 15 ਸ਼ਬਦ ਹੋ ਗਏ। ਔਰ ਉਹ ਜਿਹੜਾ ਹੈਗਾ ਕਬੀਰ ਜੀ ਦਾ ਜਿਹੜੀ ਬਾਣੀ ਸੀਗੀ ਉਹ ਜਿਹੜੀ ਹੈਗੀ ਉਹਨੂੰ ਇਸ ਤਰੀਕੇ ਦੇ ਨਾਲ ਤੁੱਛ ਜਿਹੜੀ ਹੈ ਮਾਤਰ ਆਪਾਂ ਨੇ ਕੋਸ਼ਿਸ਼ ਕੀਤੀ ਹੈ ਭਾਈ, ਅੱਗੇ ਮਾਲਕ ਜਾਣਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ ਕੀ ਜੀ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਬਹੁਤ ਖਾਲਸਾ, ਧੰਨਵਾਦ ਜੀ, ਵਾਹਿਗੁਰੂ ਜੀ ਬਹੁਤ ਕੀ ਧੰਨਵਾਦ। ਫਤਿਹ ਜੀ। ਕੱਲ ਪੂਰਾ ਦਿਨ ਜਿਹੜਾ ਹੈ ਨਾ ਇਸੇ ਪਾਸੇ ਇਹ ਹੀ ਘੁੰਮਦਾ ਰਹਿ ਗਿਆ ਦਿਮਾਗ ਦੇ ਵਿੱਚ। ਠੀਕ ਆ ਵੀਰ ਜੀ, ਇਹ ਬਾਣੀ ਜਿਵੇਂ ਤੁਸੀਂ ਦੱਸਿਆ ਕਬੀਰ ਸਾਹਿਬ ਦੀ ਬਾਣੀ ਹੋਰ ਵੀ ਬਹੁਤ ਹੈਗੀ ਆ। ਹਾਂਜੀ ਹਾਂਜੀ ਬਿਲਕੁਲ ਹੈ। ਹਾਂਜੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਹੈ ਹੀ, ਪਰ ਉਸ ਤੋਂ ਕਹਿੰਦੇ ਕਾਫੀ ਜ਼ਿਆਦਾ ਇਹਨਾਂ ਦੀ ਹੋਰ ਵੀ ਬਾਣੀ ਬਹੁਤ ਹੈਗੀ ਆ। ਵੱਡੇ ਵੱਡੇ ਗ੍ਰੰਥ ਹੈ ਕਬੀਰ ਜੀ ਦੇ। ਕਬੀਰ ਜੀ ਤਾਂ ਬਾਣੀ ਦੇ ਪਤਾ ਨਹੀਂ ਕਿ ਭਾਈ ਕਬੀਰ ਜੀ ਕੀ ਹੈਗੇ ਸੀ ਆਪਾਂ ਤਾਂ। ਹਾਂਜੀ, ਹਾਂ ਬਹੁਤ ਕਮਾਲ ਹੈ ਜੀ, ਬਹੁਤ ਕਮਾਲ ਹੈ। ਵਾਹਿਗੁਰੂ ਵਾਹਿਗੁਰੂ